ਜੋ ਤੁਸੀਂ ਕਰੀਅਰ ਸ਼ੁਰੂ ਕੀਤਾ ਸੀਗਾ ਉਸ ਵੇਲੇ ਦੀ ਪੱਤਰਕਾਰਤਾ ਤੇ ਅੱਜ ਦੀ ਪੱਤਰਕਾਰਤਾ ਦੇ ਵਿੱਚ ਕੀ ਫਰਕ ਮਹਿਸੂਸ ਹੁੰਦਾ? ਅ ਜਰਨਲਿਸਟ ਇਜ਼ ਅ ਜਰਨਲਿਸਟ। ਜਿਹੜਾ ਰਿਪੋਰਟਰ ਸੀ ਉਹ ਰਿਪੋਰਟਰ ਹੁੰਦਾ ਸੀ, ਉਹਦਾ ਕਿਸੇ ਕਿਸਮ ਦੇ ਬਿਜ਼ਨਸ ਨਾਲ ਕੋਈ ਸੰਬੰਧ ਨਹੀਂ ਸੀ। ਦਰਅਸਲ ਅਸੀਂ ਜਿਹੜਾ 84 ਦਾ ਦੌਰ ਤੁਸੀਂ ਕਵਰ ਕੀਤਾ, ਉਸ ਦੌਰ ਤੋਂ ਲੈ ਕੇ ਅੱਜ ਜਿਹੜਾ ਦੌਰ ਪੰਜਾਬ ਵਿੱਚ ਹੈਗਾ, ਤੁਸੀਂ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ? ਉਸ ਵੇਲੇ ਵੀ ਜਿਹੜੇ ਰਿਪੋਰਟਰ ਸੀਗੇ ਉਹ ਉਸ ਵੇਲੇ ਵੀ ਕਦੇ-ਕਦੇ ਸ਼ਰਾਰਤ ਕਰਦੇ ਸੀ ਜਾਂ ਪੈਸੇ ਲਈ ਰਿਪੋਰਟਿੰਗ ਹੁੰਦੀ ਸੀ। ਤੁਸੀਂ ਆਪਣੇ ਲੈਂਸ ਨਾਲ ਦੱਸ ਸਕਦੇ ਹੋ ਮੈਨੂੰ ਇਹ ਨਿਗਾਰ ਪੱਤਰਕਾਰਤਾ ਦੇ ਵਿੱਚ ਨਿਗਾਰ ਇਸ ਕਰਕੇ ਪੋਲੀਟੀਕਲ ਸਿਸਟਮ ਵਿੱਚ ਨਿਗਾਰ ਹੈ ਜਾਂ ਮੈਂ ਗਲਤ ਕਹਿ ਰਿਹਾ? ਪੱਤਰਕਾਰਿਤਾ ਸੀ ਉਹ ਚੌਥਾ ਸਤੰਭ ਸੀ ਕਿਉਂ ਕਹਿ ਰਹੇ ਹੋ? ਸੀ ਇਸ ਲਈ ਕਿ ਹੁਣ ਨਹੀਂ ਹੈ ਕਿ ਜਿਹੜੇ ਪੋਲੀਟੀਕਲ ਰੂਲਰਸ ਨੇ ਅੱਜ ਕੱਲ੍ਹ ਉਹ ਕੁਛ ਇਹੋ ਜਿਹੇ ਚੈਨਲ ਵੀ ਹੋਣਗੇ ਜਿਨ੍ਹਾਂ ਨੂੰ ਐਨੂਅਲ ਪੱਤਾ ਮਿਲਦਾ। ਅਸੀਂ ਜਿਹੜੀ ਅਸਲ ਰਿਪੋਰਟਿੰਗ ਹੈ ਜਿਹੜੀ ਪੇਂਡੂ ਭਾਰਤ ਦੀ ਹੈ ਉਹ ਰਿਪੋਰਟਿੰਗ ਅਸੀਂ ਮਿਸ ਕਰਦੇ ਪਏ। ਅਸੀਂ ਪੇਂਡੂ ਭਾਰਤ ਨੂੰ ਪਾਸੇ ਕਿਉਂ ਕਰ ਰਹੇ? ਅੱਜ ਕਸਬੇ ਦਾ ਰਿਪੋਰਟਰ, ਉਹਨਾਂ ਕੋਲ ਆਪਣਾ ਡਾਕ ਖਰਚਾ ਵੀ ਨਹੀਂ ਹੁੰਦਾ ਕਿ ਉਹਨਾਂ ਦਾ ਆਪਣਾ ਜੀਵਨ ਠੀਕ ਤਰ੍ਹਾਂ ਚਲਾਉਣ ਲਈ ਜੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਤਾਂ ਫਿਰ ਅਸੀਂ ਕਸਬਿਆਂ ਦੇ ਵਿੱਚ ਰਿਪੋਰਟਿੰਗ ਕਿੱਦਾਂ ਕਰੀਏ? ਜਿਹੜਾ ਅੱਜ ਦਾ ਯੂਥ ਹੈ ਉਹਨਾਂ ਲਈ ਕੋਈ ਪੋਜ਼ਿਟਿਵਿਟੀ ਹੈ ਸਾਡੇ ਕੋਲੇ ਕਿ ਉਹ ਇਸ ਲਾਈਨ ਵਿੱਚ ਆਉਣ? ਕਿ ਜਿਹੜਾ ਪੈਸਾ ਪੱਤਰਕਾਰੀ ਦੇ ਵਿੱਚ ਨਹੀਂ ਸੀ, YouTube ਨੇ ਬਹੁਤ ਸਾਰੇ ਬੰਦਿਆਂ ਨੂੰ ਜਿਹੜੇ ਹੈ ਇੱਕ ਆਮਦਨ ਦਾ ਸਾਧਨ ਦਿੱਤਾ ਹੈ। ਇੱਕ ਸਪੋਰਟਸ ਦੇ ਵਿੱਚ ਟਰਮ ਹੁੰਦੀ ਹੈ ਆਲਰਾਊਂਡਰ। ਤੁਹਾਨੂੰ ਆਲਰਾਊਂਡਰ ਦਾ ਮਤਲਬ? ਆਈ ਹੈਵ ਬੀਨ ਜੈਕ ਆਫ ਆਲ ਟ੍ਰੇਡਸ ਤੇ ਮਾਸਟਰ ਆਫ ਨਨ ਸੀ। ਤੁਸੀਂ ਆਪਣੇ ਕਰੀਅਰ ਤੋਂ ਸੰਤੁਸ਼ਟ ਹੋ? ਤੇ ਮੈਂ ਤਾਂ ਹਜੇ ਵੀ ਕਹਾਂਗਾ ਵੀ ਇੱਕ ਪੱਥਰ ਹਜੇ ਵੀ ਅਸਮਾਨ 'ਚ ਸੁੱਟਣ ਨੂੰ ਜੀ ਕਰਦਾ। ਉਸ ਯੂਥ ਲਈ ਪੁੱਛ ਰਿਹਾ ਸੀਗਾ ਜਿਹੜੇ ਪ੍ਰੈਸ ਅਵਨਾਸ਼ ਨੂੰ ਫੋਲੋ ਕਰਦੇ ਆ ਕਿ ਪੱਤਰਕਾਰਤਾ ਵਿੱਚ ਉਹਨਾਂ ਨੂੰ ਆ ਜਾਣਾ ਚਾਹੀਦਾ ਹੈ। ਬਿਲਕੁਲ ਆਉਣਾ ਚਾਹੀਦਾ। ਇੱਕ ਟੀਚਾ ਰੱਖ ਕੇ ਕਿ ਅਸੀਂ ਇੰਡੀਪੈਂਡੈਂਟ ਪੱਤਰਕਾਰੀ ਕਰਨੀ ਹੈ। ਦੇयर ਇਜ਼ ਨੋ ਸ਼ਾਰਟਕਟ ਟੂ ਸਕਸੈਸ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਵਿਊ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਵਿਊ ਪੁਆਇੰਟ ਵਿੱਚ ਅਸੀਂ ਤਕਰੀਬਨ ਹਰ ਖੇਤਰ ਦੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਹਾਂ ਤੇ ਉਹਨਾਂ ਤੋਂ ਉਹਨਾਂ ਦਾ ਵਿਊ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਸਟੂਡੀਓ ਵਿੱਚ ਹੈ ਉਹਨਾਂ ਦਾ ਪ੍ਰੋਫਾਈਲ ਇੰਨਾ ਕੁ ਲੰਬਾ ਕਿ ਜੇ ਮੈਂ ਬੋਲਣ ਲੱਗ ਪਵਾਂ ਤਾਂ ਸ਼ਾਇਦ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲੂਗਾ। ਪ੍ਰੋਫੈਸਰ ਅਵਨਾਸ਼ ਸਿੰਘ ਅੱਜ ਤੱਕ ਉਹ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀਆਂ ਲਿਖਤਾਂ ਨਾਲ, ਆਪਣੀ ਜ਼ੁਬਾਨ ਨਾਲ ਉਹ ਸਭ ਕੁਝ ਦੱਸਦੇ ਪਏ ਜਿਹੜੀ ਇਨਫੋਰਮੇਸ਼ਨ ਸਾਡੇ ਕੋਲੋਂ ਗਾਇਬ ਕੀਤੀ ਜਾ ਰਹੀ ਹੈ। ਤਕਰੀਬਨ 4 ਦਹਾਕਿਆਂ ਤੋਂ ਵੱਧ ਉਹਨਾਂ ਦਾ ਤਜਰਬਾ ਤੇ 20 ਸਾਲ ਉਹਨਾਂ ਲਗਾਤਾਰ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਹਨਾਂ ਦੇ ਪੜ੍ਹਾਏ ਹੋਏ ਤੇ ਉਹਨਾਂ ਦੇ ਸਿਖਾਏ ਹੋਏ ਪੱਤਰਕਾਰਤਾ ਦੇ ਖੇਤਰ ਵਿੱਚ ਬਹੁਤ ਵੱਡੇ ਮੁਕਾਮਾਂ 'ਤੇ ਇਸ ਵਕਤ ਬੈਠੇ ਹੈ ਤੇ ਉਹਨਾਂ ਦਾ ਇੰਨਾ ਕੁ ਤਜਰਬਾ ਤੇ ਇਸ ਤਜਰਬੇ ਦੇ ਵਿਚਾਲੇ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਕਵਰ ਕੀਤਾ, ਬਲੈਕ ਥੰਡਰ, ਇਸ ਤੋਂ ਇਲਾਵਾ 84 ਵਿੱਚ ਜੋ ਕੁਝ ਹੋਇਆ ਉਹ ਸਾਰਾ ਉਹਨਾਂ ਨੇ ਕਵਰ ਕੀਤਾ ਹੈ। 2 ਓਲੰਪਿਕ ਕਵਰ ਕੀਤੇ ਹੈ, ਹਾਕੀ ਦੇ ਜਿਹੜੇ ਵੱਡੇ ਇਵੈਂਟ ਆ ਉਹ ਉਹਨਾਂ ਨੇ ਕਵਰ ਕੀਤੇ ਹੈ, ਸਪੋਰਟਸ, ਪੋਲਿਟਿਕਸ, ਇਹ ਸਭ ਕੁਝ ਉਹਨਾਂ ਨੇ ਆਪਣੀ ਅੱਖੀ ਦੇਖਿਆ ਤੇ ਕਲਮ ਨਾਲ ਲਿਖਿਆ। ਉਹਨਾਂ ਬਾਰੇ ਬਹੁਤ ਕੁਝ ਦੱਸਿਆ ਜਾ ਸਕਦਾ ਪਰ ਮੈਂ ਉਹਨਾਂ ਦੇ ਮੂੰਹੋਂ ਹੀ ਬਹੁਤ ਕੁਝ ਸੁਣਨਾ ਚਾਹੂੰਗਾ। ਪ੍ਰੋਫੈਸਰ ਅਵਨਾਸ਼ ਸਿੰਘ ਸੀਨੀਅਰ ਜਰਨਲਿਸਟ ਨੇ ਤੇ ਇਸ ਵਕਤ ਦਿੱਲੀ ਦੇ ਵਿੱਚ ਉਹ ਲਗਾਤਾਰ ਐਕਟਿਵ ਨੇ ਤੇ ਦੇਖਦੇ ਪਏ ਆ ਪੰਜਾਬ ਦੇ ਵਿੱਚ ਪੋਲਿਟਿਕਸ ਕੀ ਹੋ ਰਹੀ ਹੈ ਤੇ ਪਾਣੀ ਦਾ ਪੱਧਰ ਕਿੱਥੇ ਜਾ ਰਿਹਾ ਤੇ ਪੰਜ ਪਾਣੀ ਦੀ ਧਰਤੀ ਨੂੰ ਅੱਜ ਕਿਹੜੇ ਹਾਲ ਦੀ ਲੋੜ ਹੈ। ਪ੍ਰੋਫੈਸਰ ਅਵਨਾਸ਼ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਜੀ, ਥੈਂਕ ਯੂ। ਕੀ ਹਾਲ ਹੈ ਸਰ ਤੁਹਾਡਾ? ਬਹੁਤ ਚੰਗਾ ਸਰ। 4 ਦਹਾਕਿਆਂ ਤੋਂ ਅੱਜ ਵੀ ਤੁਸੀਂ ਉਨੇ ਹੀ ਐਕਟਿਵ ਹੋ? ਮੈਂ ਐਕਟਿਵ ਨਹੀਂ ਜੀ, ਮੇਰੇ ਜਿਹੜੇ ਦੋਸਤ ਨੇ ਉਹ ਸ਼ਾਇਦ ਸਾਨੂੰ ਟਿਕ ਕੇ ਬੈਠ ਨਹੀਂ ਦੇਣਾ ਚਾਹੁੰਦੇ ਤੇ ਇਸ ਲਈ ਅਸੀਂ ਐਕਟਿਵ ਹਾਂ। ਤੁਹਾਡੇ ਵਰਗੇ ਦੋਸਤ ਉਹਨਾਂ ਚੋਂ ਮੋਢੀ ਨੇ ਜੀ ਸਾਰੇ। ਪ੍ਰੋਫੈਸਰ ਅਵਨਾਸ਼ ਸਿੰਘ, ਜਦੋਂ ਤੁਹਾਡੇ ਕਰੀਅਰ ਦੀ ਮੈਂ ਗੱਲ ਕਰਾਂ, ਮੈਂ ਸ਼ੁਰੂਆਤ ਉੱਥੋਂ ਕਰੂੰਗਾ। ਜੋ ਤੁਸੀਂ ਕਰੀਅਰ ਸ਼ੁਰੂ ਕੀਤਾ ਸੀਗਾ ਉਸ ਵੇਲੇ ਦੀ ਪੱਤਰਕਾਰਤਾ ਤੇ ਅੱਜ ਦੀ ਪੱਤਰਕਾਰਤਾ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਮੈਂ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਟ੍ਰਿਬਿਊਨ ਦੇ ਵਿੱਚ ਔਰ ਮੈਂ ਇੱਕ ਸਪੋਰਟਸ ਰਿਪੋਰਟਰ ਦੇ ਤੌਰ ਤੇ ਸਟਾਰਟ ਕੀਤਾ ਸੀ। ਇੱਕ ਚੀਜ਼ ਸੀ, ਰਿਪੋਰਟਰ ਜਿਹੜੇ ਹੁੰਦੇ ਸੀ ਨਿਸ਼ਠਾਵਾਨ ਹੁੰਦੇ ਸੀ। ਇੱਕ ਹੋਰ ਚੀਜ਼ ਸੀ ਵੀ ਸਾਨੂੰ ਅੱਗੇ ਵਧਣ ਦੀ ਲਗਨ ਸੀ। ਉਹ ਲਗਨ ਜਿਹੜੀ ਹੈ ਉਹ ਉਸ ਵੇਲੇ ਖਤਮ ਹੋਈ ਜਦੋਂ ਪੱਤਰਕਾਰਿਤਾ ਨੂੰ ਅਸੀਂ ਨਾ ਇਹ ਸਮਝ ਲਿਆ ਵੀ ਇਹ ਮੈਨੂੰ ਕਾਰਡ ਦਾ ਕੰਮ ਕਰੇਗੀ, ਬਾਕੀ ਤਾਂ ਮੈਂ ਇਸ਼ਤਿਹਾਰ ਇਕੱਠੇ ਕਰਨੇ ਆ। ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਬੜਾ ਸਿੱਧਾ ਸੀ, ਅ ਜਰਨਲਿਸਟ ਇਜ਼ ਅ ਜਰਨਲਿਸਟ। ਜਿਹੜਾ ਰਿਪੋਰਟਰ ਸੀ ਉਹ ਰਿਪੋਰਟਰ ਹੁੰਦਾ ਸੀ, ਉਹਦਾ ਕਿਸੇ ਕਿਸਮ ਦੇ ਬਿਜ਼ਨਸ ਨਾਲ ਕੋਈ ਸੰਬੰਧ ਨਹੀਂ ਸੀ।
ਟ੍ਰਿਬਿਊਨ ਤੋਂ ਬਾਅਦ ਹਿੰਦੁਸਤਾਨ ਟਾਈਮਸ ਨਾਲ ਜੇ 20 ਸਾਲ ਗੁਜ਼ਾਰੇ ਹੈ ਤੇ ਉਹਨੂੰ ਅਸੀਂ ਪਿਓਰ ਰਿਪੋਰਟਿੰਗ ਕਹਾਂਗੇ। ਫੇਟ ਐਂਡ ਚਾਂਸ ਸੀ ਕਿ ਸਪੋਰਟਸ ਕਰਦੇ ਕਰਦੇ ਮੈਂ ਆਪਰੇਸ਼ਨ ਬਲੂ ਸਟਾਰ ਵੇਲੇ ਗੋਲਡਨ ਟੈਂਪਲ ਦੇ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਮੇਰੇ ਇਨ-ਲਾਜ਼ ਦਾ ਘਰ ਸੀ ਜਿੱਥੇ ਮੈਂ ਫਸਿਆ ਹੋਇਆ ਸੀ, ਔਰ ਉਹਨਾਂ ਦੇ ਘਰ ਤੋਂ ਵਿਊ ਜਿਹੜਾ ਸੀ ਉਹ ਅੰਦਰ ਦਾ ਬਹੁਤ ਕਲੀਅਰ ਦਿਖਾਈ ਦਿੰਦਾ ਸੀ। ਮੈਂ ਉਸ ਤੋਂ ਅਗਲੇ ਮਹੀਨੇ ਓਲੰਪਿਕਸ ਵਿੱਚ ਜਾਣਾ ਸੀ ਤੇ ਮੈਂ ਕੈਮਰਾਜ਼ ਤਿਆਰ ਕਰਕੇ ਰੱਖੇ ਸੀ। ਉਹ ਕੈਮਰਾਜ਼ ਬਲੂ ਸਟਾਰ ਵੇਲੇ ਯੂਜ਼ ਹੋਏ। ਫਰਕ ਜਿਹੜਾ ਤੁਸੀਂ ਪੁੱਛਿਆ ਨਾ, ਉਸ ਵੇਲੇ ਸਿਰਫ ਇੱਕੋ ਚੀਜ਼ ਹੁੰਦੀ ਸੀ, ਰਿਪੋਰਟਿੰਗ ਔਰ ਰਿਪੋਰਟਿੰਗ। ਉਹ ਅੱਜ ਨਹੀਂ ਹੈ। ਸਾਡੇ ਕੋਲ ਕੋਈ ਐਡੀਟਰ ਵੱਲੋਂ ਕੋਈ ਐਂਗਲ ਨਹੀਂ ਸੀ ਹੁੰਦਾ, ਸਾਡੇ ਐਡੀਟਰ ਵੱਲੋਂ ਕੁਝ ਇੰਸਟਰਕਸ਼ਨਸ ਨਹੀਂ ਸੀ ਹੁੰਦੀਆਂ। ਇੱਕ ਇੰਸਟਰਕਸ਼ਨ, ਯੂ ਆਰ ਅਕਾਊਂਟੇਬਲ ਫॉर ਯੋਰ ਰਿਪੋਰਟਿੰਗ। ਜੋ ਤੁਸੀਂ ਲਿਖ ਰਹੇ ਹੋ ਉਹਦਾ ਤੁਹਾਨੂੰ ਸਬਸਟੈਂਸ਼ੀਏਟ ਕਰਨ ਦੀ ਜ਼ਰੂਰਤ ਹੈ। ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਸੀ, ਤੁਹਾਡੇ ਕੋਲ ਉਹਦੇ ਡਾਕੂਮੈਂਟਸ, ਜੋ ਤੁਸੀਂ ਲਿਖ ਰਹੇ ਹੋ ਉਹਦੇ ਡਾਕੂਮੈਂਟਸ ਚਾਹੀਦੇ ਸੀ। ਬਈ ਉਹਨਾਂ ਕੋਲ ਕੱਲ੍ਹ ਨੂੰ ਇਹ ਨਹੀਂ, ਜੇ ਨਿਊਜ਼ ਕਿਤੇ ਗਲਤ ਹੋ ਜਾਏ ਤਾਂ ਉਸ ਵੇਲੇ ਬਹੁਤ ਸਿੱਧਾ ਜਿਹਾ ਇੱਕ ਤਰੀਕਾ ਹੁੰਦਾ ਸੀ ਕਿ ਯੂ ਕੁਡ ਬੀ ਫਾਇਰਡ ਆਲਸੋ, ਔਰ ਤੁਹਾਨੂੰ ਪੈਨਲਟੀਜ਼ ਵੀ ਬਹੁਤ ਹੁੰਦੀਆਂ ਸੀ। ਉਸ ਵੇਲੇ ਰਿਪੋਰਟਰ ਜਿਹੜਾ ਸੀ ਅਕਾਊਂਟੇਬਲ ਸੀ। ਅੱਜ ਦਾ ਤਾਂ ਇੱਕ ਤਾਂ ਰਿਪੋਰਟਰ ਅਕਾਊਂਟੇਬਲ ਨਹੀਂ ਹੈ, ਇੱਕ ਸੋਸ਼ਲ ਮੀਡੀਆ ਨੇ ਸਾਨੂੰ ਰਡਰਲੈਸ ਬਣਾਤਾ। ਅਸੀਂ ਜਿਹੜੇ ਮਰਜ਼ੀ ਪਾਸੇ ਜਦੋਂ ਮਰਜ਼ੀ ਸ਼ੂਟ ਕਰ ਲਈਏ, ਉਹਦੇ ਲਈ ਸਾਨੂੰ ਕਿਸੇ ਕਿਸਮ ਦੀ ਰਿਸਪੌਂਸਿਬਿਲਿਟੀ ਨਹੀਂ। ਲੇਕਿਨ ਇੱਕ ਲਾਈਨ ਐਡ ਜ਼ਰੂਰ ਕਰਾਂਗਾ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਬੇਨ ਵੀ ਹੈ ਤੇ ਬੂਨ ਵੀ ਹੈ। ਸਾਨੂੰ ਜਿਹੜੀਆਂ ਖਬਰਾਂ ਨਹੀਂ ਸੀ ਮਿਲਦੀਆਂ, ਜਾਂ ਜਿਹਨੂੰ ਅਸੀਂ ਅੱਜ ਗੋਦੀ ਮੀਡੀਆ ਕਹਿੰਦੇ ਹਾਂ, ਜਾਂ ਉਹਨੂੰ ਲੁਕਿੰਗ ਲੰਡਨ ਟਾਕਿੰਗ ਟੋਕੀਓ ਮੀਡੀਆ ਕਹਿੰਦੇ ਹਾਂ, ਉਹ ਮੀਡੀਆ ਨਹੀਂ ਸੀ। ਔਰ ਉਹਦਾ ਇੱਕ ਹੈ ਕਿ ਸੋਸ਼ਲ ਮੀਡੀਆ ਤੁਹਾਨੂੰ ਸਭ ਕੁਝ ਐਕਸਪੋਜ਼ ਕਰਦਾ, ਲੇਕਿਨ ਉਹਦੇ ਨਾਲ ਨਾਲ ਇੱਕ ਚੀਜ਼ ਹੈ ਕਿ ਸਾਨੂੰ ਹਰ ਚੀਜ਼ ਵਿਦ ਅ ਪਿੰਚ ਆਫ ਸਾਲਟ ਲੈਣੀ ਪੈ ਰਹੀ ਹੈ। ਸਾਨੂੰ ਇਹ ਪਤਾ ਨਹੀਂ ਕਿ ਇਹਨਾਂ ਦੇ ਵਿੱਚੋਂ ਫੇਕ ਨਿਊਜ਼ ਕਿੰਨੀ ਹੈ। ਉਹ ਜਿਹੜੀ ਫੇਕ ਨਿਊਜ਼ ਵਾਲੀ ਗੱਲ ਜਾਂ ਆਥੈਂਟਿਸਿਟੀ ਆਫ ਦ ਨਿਊਜ਼, ਉਹ ਪਹਿਲਾਂ ਨਾਲੋਂ ਬਹੁਤ ਘਟ ਗਈ। ਇੱਕ ਜਿਹੜੇ ਮੈਂ ਵਰਨੈਕੂਲਰ ਜਾਂ ਲੈਂਗੁਏਜ ਪ੍ਰੈਸ ਨਹੀਂ ਕਹਾਂਗਾ, ਲੇਕਿਨ ਪਿਛਲੇ 2-3 ਦਹਾਕਿਆਂ ਦੇ ਵਿੱਚ ਜਦੋਂ ਅਸੀਂ ਪੱਤਰਕਾਰ ਬਹੁਤੇ ਰੱਖਣ ਲੱਗ ਗਏ ਔਰ ਉਹੀ ਸਾਡੇ ਐਡਵਰਟਾਈਜ਼ਿੰਗ ਰਿਪਰੈਜ਼ੈਂਟੇਟਿਵ ਹੁੰਦੇ ਸੀ, ਉਸ ਵੇਲੇ ਜਿਹੜੀ ਪੱਤਰਕਾਰੀ ਹੈ ਉਹਨੂੰ ਢਾਹ ਲੱਗਾ। ਔਰ ਉਹ ਪੱਤਰਕਾਰ ਜਿਹੜੇ ਕਸਬਾ ਦੇ ਲੈਵਲ 'ਤੇ ਪੱਤਰਕਾਰ ਸੀ, ਜਿਨ੍ਹਾਂ ਨੂੰ ਸੈਲਰੀਜ਼ ਨਹੀਂ ਸੀ ਮਿਲਦੀਆਂ, ਉਹ ਫਿਰ ਕਿ ਦੂਸਰੇ ਤਰੀਕੇ ਦੇ ਨਾਲ ਆਪਣੀ ਕਮਾਈ ਕਰਦੇ ਸੀ। ਉਹ ਕਮਾਈ ਦਾ ਸਾਧਨ ਕਿਸੇ ਵੇਲੇ ਵੀ ਅਸੀਂ ਕਿਸੇ ਪੱਤਰਕਾਰ ਨਾਲ ਨਹੀਂ ਜੋੜ ਸਕਦੇ। ਪੱਤਰਕਾਰੀ ਬਹੁਤ ਸਿੱਧੀ ਜੀ ਹੈ ਕਿ ਜੋ ਤੁਸੀਂ ਦੇਖਿਆ ਉਹਨੂੰ ਤੁਸੀਂ ਉਹਦੀ ਕਮੈਂਟਰੀ ਇਨ ਰਾਈਟਿੰਗ ਕਰ ਰਹੇ ਹੋ, ਜੇ ਤੁਸੀਂ ਉਹਦੇ ਵਿੱਚ ਹੋ। ਜੇ ਤੁਸੀਂ ਟੈਲੀਵਿਜ਼ਨ 'ਚ ਹੋ ਤਾਂ ਇੱਕ ਚੀਜ਼ ਪੱਕੀ ਸੀ ਕਿ ਕੋਈ ਲਾਈਨ ਨਹੀਂ ਲੈਣੀ, ਜੋ ਸੱਚਾਈ ਹੈ ਉਹਨੂੰ ਤੁਸੀਂ ਬਿਆਨ ਕਰਕੇ। ਅਸੀਂ ਕਮੈਂਟਸ ਨਹੀਂ ਸੀ ਕਰਦੇ ਕਿ ਸਰਕਾਰ ਇੱਥੇ ਗਲਤ ਹੈ ਕਿ ਠੀਕ ਹੈ। ਸਾਡਾ ਕੰਮ ਸੀ ਕਿ ਜੋ ਈਵੈਂਟਸ ਹੋਈਆਂ ਉਹਨਾਂ ਦਾ ਬਿਰਤਾਂਤ ਦਿਓ, ਉਸ ਤੋਂ ਬਾਅਦ ਐਡੀਟੋਰੀਅਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਸੀ। ਅੱਜ ਜਿਹੜਾ ਨਵਾਂ ਪੱਤਰਕਾਰ ਵੀ ਹੈ ਉਹ ਤੁਹਾਨੂੰ ਇਹ ਦਿਖਾਉਂਦਾ ਵੀ ਇਹ ਖਬਰ ਦਾ ਅਸਰ ਤੁਹਾਡੇ 'ਤੇ ਕੀ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਨਵੇਂ ਪੱਤਰਕਾਰ ਨੂੰ ਐਡੀਟੋਰੀਅਲ ਲਾਈਨ ਨਹੀਂ ਲੈਣੀ ਚਾਹੀਦੀ ਹੈ, ਪੁਰਾਣੇ ਨੂੰ ਲੈ ਲੈਣੀ ਚਾਹੀਦੀ ਹੈ, ਇਹ ਕਹਿਣਾ ਚਾਹ ਰਹੇ ਹੋ? ਨਹੀਂ, ਮੈਂ ਇਹ ਕਹਿ ਰਿਹਾ ਰਿਪੋਰਟਰ ਦਾ ਕੰਮ ਹੈ ਰਿਪੋਰਟਿੰਗ ਕਰਨਾ। ਜਿਹੜੇ ਬੈਠੇ ਨੇ ਅਸਿਸਟੈਂਟ ਐਡੀਟਰਸ ਨਿਊਜ਼ਪੇਪਰ ਦੇ ਵਿੱਚ ਹੁੰਦੇ ਆ, ਐਕਸਪਰਟਸ ਹੁੰਦੇ ਆ, ਉਹ ਤੁਹਾਨੂੰ ਦੱਸ ਸਕਦੇ ਵੀ ਆਹ ਨਿਊਜ਼ ਹੈ, ਇਹਦਾ ਤੁਹਾਡੇ 'ਤੇ ਕੀ ਅਸਰ ਹੈ। ਲੇਕਿਨ ਇੱਕ ਕੱਲ੍ਹ ਦਾ ਪੱਤਰਕਾਰ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਤੁਹਾਨੂੰ ਖਬਰ ਦਾ ਅਸਰ ਦੱਸਦਾ ਤੇ ਖਬਰ ਆਪਣੇ ਤਰੀਕੇ ਨਾਲ ਪੇਸ਼ ਕਰਦਾ। ਉਹ ਜਿਹੜੀ ਓਰੀਜਨਲ ਖਬਰ ਸੀ ਉਹ ਕਿਤੇ ਛੁਪਣ ਲੱਗ ਪਈ। ਤੁਸੀਂ ਕਹਿ ਰਹੇ ਪੱਤਰਕਾਰਤਾ 'ਚ ਨਿਗਾਰ ਆ ਰਿਹਾ, ਤੇ ਇਹੀ ਨਿਗਾਰ ਸਾਡੇ ਪੋਲੀਟੀਕਲ ਸਿਸਟਮ ਵਿੱਚ ਵੀ ਆ ਰਿਹਾ, ਇਹੀ ਸਾਡੀਆਂ ਬੁਨਿਆਦੀ ਜ਼ਰੂਰਤਾਂ ਉਹਨਾਂ ਵਿੱਚ ਵੀ ਆ ਰਿਹਾ। ਵੈਸੇ ਮਨਰਾਜ ਸਿੰਘ, ਜਿਹੜਾ 84 ਦਾ ਦੌਰ ਤੁਸੀਂ ਕਵਰ ਕੀਤਾ, ਉਸ ਦੌਰ ਤੋਂ ਲੈ ਕੇ ਅੱਜ ਜਿਹੜਾ ਦੌਰ ਪੰਜਾਬ ਵਿੱਚ ਹੈਗਾ, ਤੁਸੀਂ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਉਸ ਵੇਲੇ ਵੀ ਜਿਹੜੇ ਰਿਪੋਰਟਰ ਸੀਗੇ, ਜਿਹੜੇ ਸਟ੍ਰਿੰਗਰ ਸੀਗੇ, ਉਹ ਉਸ ਵੇਲੇ ਵੀ ਕਦੇ ਕਦੇ ਸ਼ਰਾਰਤ ਕਰਦੇ ਸੀ ਜਾਂ ਪੈਸੇ ਲਈ ਰਿਪੋਰਟਿੰਗ ਹੁੰਦੀ ਸੀ। ਪਰ ਇਸ ਤਰ੍ਹਾਂ ਸੀ, ਮਿਆਰ ਬਹੁਤ ਚੰਗਾ ਸੀ। ਔਰ ਜੋ 84 ਵੇਲੇ ਸੀ, ਉਸ ਵੇਲੇ ਇੱਕ ਚੀਜ਼ ਸੀ, ਰਿਪੋਰਟਰ ਕੋਈ ਵੀ ਹੋਵੇ
ਉਹ ਆਪਣੀ ਨਿਊਜ਼ ਲਈ ਉਹਨੂੰ ਉਹਦੇ ਨਾਲ ਖੜਾ ਹੋਣਾ ਪੈਂਦਾ ਸੀ। ਅੱਜ ਜਿਹੜਾ ਹੈ ਤੁਸੀਂ ਲਿਖਤਾ, ਤੁਸੀਂ ਭੁੱਲ ਗਏ, ਉਹਦੇ ਤੋਂ ਬਾਅਦ ਦੁਨੀਆ ਡਿਸਕਸ ਕਰ ਰਹੀ ਹੈ, ਕੋਈ ਇਹ ਨਹੀਂ ਸੀ ਹੁੰਦਾ। ਸਾਨੂੰ ਸਾਡੇ ਐਡੀਟਰਸ, ਮੈਂ ਪ੍ਰੇਮ ਭਾਟੀਆ ਸਾਹਿਬ ਨਾਲ ਕੰਮ ਕੀਤਾ। ਪ੍ਰੇਮ ਭਾਟੀਆ ਸਾਹਿਬ ਹਰ ਤੀਸਰੇ ਦਿਨ ਤੁਹਾਨੂੰ ਟ੍ਰਿਬਿਊਨ ਅਖਬਾਰ ਦੇ ਐਡੀਟਰ ਸਨ, ਐਡੀਟਰ ਇਨ ਚੀਫ। ਤੁਹਾਨੂੰ ਜਿਨ੍ਹਾਂ ਨੂੰ ਅਸੀਂ ਪ੍ਰੇਮ ਪੱਤਰ ਕਹਿੰਦੇ ਹਾਂ ਉਹ ਅੱਜ ਵੀ ਪਏ ਹੈ। ਪ੍ਰੇਮ ਭਾਟੀਆ ਸਾਹਿਬ ਤੁਹਾਨੂੰ ਆਪਣੇ ਕਮਰੇ 'ਚ ਬੁਲਾ ਕੇ ਚਿਟਕਣੀ ਬੰਦ ਕਰਕੇ ਤੌਲ ਤੱਪਾ ਤੇ ਗਾਲੀ ਗਲੋਚ ਦੋਨੋਂ ਕਰ ਸਕਦੇ ਸੀ। ਮੈਂ ਕਹਿੰਦਾ ਉਹੋ ਜਿਹਾ ਐਡੀਟਰ ਅਸੀਂ ਅੱਜ ਵੀ ਉਹਨਾਂ ਦੀ ਪਿੱਠ ਪਿੱਛੇ ਉਹਨਾਂ ਨੂੰ ਹੱਥ ਜੋੜਦੇ ਹਾਂ, ਨਮਸਕਾਰ ਕਰਦੇ ਹਾਂ, ਕਿਉਂਕਿ ਜੋ ਉਹਨਾਂ ਨੇ ਸਿਖਾਇਆ ਉਹ ਪੱਤਰਕਾਰੀ ਅੱਜ ਕੋਈ ਵੀ ਨਹੀਂ ਸੋਚ ਸਕਦਾ, ਸਾਡੇ ਐਡੀਟਰ ਵੀ ਨਹੀਂ ਸੋਚ ਸਕਦੇ। ਤਾਂ ਸਭ ਤੋਂ ਪਹਿਲਾਂ ਸਲਾਮ ਉਹਨਾਂ ਨੂੰ ਜਿਨ੍ਹਾਂ ਨੇ ਰਿਪੋਰਟਰਸ ਬਣਾਏ ਔਰ ਚੰਡੇ, ਔਰ ਤੁਹਾਡੀ ਗਲਤੀਆਂ ਨੂੰ ਪਿਆਰ ਨਾਲ ਵੀ ਦੱਸਦੇ ਸੀ, ਤੁਹਾਡੀ ਗਲਤੀਆਂ ਨੂੰ ਉਹ ਗਾਲ ਨਾਲ ਵੀ ਦੱਸਦੇ ਸੀ, ਲੇਕਿਨ ਕਹਿਣ ਦਾ ਤਰੀਕਾ ਇਹ ਸੀ ਕਿ ਤੁਹਾਨੂੰ ਗਾਲੀ ਗਲੋਚ ਤੋਂ ਬਾਅਦ ਪਿਆਰ ਵੀ ਮਿਲਦਾ ਸੀ ਜੀ, ਔਰ ਤੁਹਾਨੂੰ ਅੱਗੇ ਲੈ ਕੇ ਅੱਗੇ ਲਈ ਸੇਧ ਮਿਲਦੀ ਸੀ। ਜਿਹੜੀ ਅੱਜ ਕੱਲ੍ਹ ਸੇਧ ਕੋਈ ਨਹੀਂ ਹੈ, ਫ੍ਰੀ ਫॉर ਆਲ ਹੈ, ਜਿੱਥੇ ਜਿਹੜਾ ਮਰਜੀ ਜਿਹੜੇ ਮਰਜੀ ਪਾਸੇ ਸ਼ਾਟ ਮਾਰ ਦੇ, ਸਭ ਜਾਇਜ਼ ਹੈ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਵਾਂ। ਪ੍ਰਸਵਨਾਸ਼ ਨੇ ਜੋ ਕਿਹਾ, ਮੈਨੂੰ ਇਹ ਸਮਝ ਆ ਰਿਹਾ ਕਿ ਜੇ ਪੱਤਰਕਾਰਤਾ ਵਿੱਚ ਨਿਗਾਰ ਆਇਆ ਤੇ ਉਹ ਸਵਾਲ ਕਰਨਾ ਭੁੱਲ ਗਈ ਹੈ, ਤੇ ਸ਼ਾਇਦ ਇਸੇ ਕਰਕੇ ਪੋਲੀਟੀਕਲ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਵੀ ਨਿਗਾਰ ਆ ਰਿਹਾ। ਇਹ ਸਭ ਤਾਰਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਜਿਨ੍ਹਾਂ ਨੂੰ ਅਸੀਂ ਥੰਮ ਕਹਿੰਦੇ ਹਾਂ। ਜੇ ਚਾਰੇ ਥੰਮ ਆਪਣੀ ਮਜ਼ਬੂਤੀ ਨਾਲ ਜਾਂ ਆਪਣੀ ਡਿਊਟੀ ਦੇ ਮੁਤਾਬਕ ਕੰਮ ਨਹੀਂ ਕਰਨਗੇ, ਆਪਣੇ ਫਰਜ਼ਾਂ ਨੂੰ ਨਹੀਂ ਸਮਝਣਗੇ, ਉਦੋਂ ਫਿਰ ਇਹ ਨਿਗਾਰ ਹੁੰਦਾ। ਤੇ ਇਸੇ ਨਿਗਾਰ ਤੇ ਚਰਚਾ ਕਰ ਰਹੇ ਹਾਂ, ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰਸਵਨਾਸ਼, ਤੁਸੀਂ ਕੈਮਰਾ ਬੜਾ ਅੱਛਾ ਆਪਰੇਟ ਕਰਦੇ ਹੋ, ਤੁਹਾਡਾ ਲੈਂਸ ਬੜਾ ਜ਼ਬਰਦਸਤ ਹੈ। ਤੁਸੀਂ ਆਪਣੇ ਲੈਂਸ ਨਾਲ ਦੱਸ ਸਕਦੇ ਹੋ ਮੈਨੂੰ ਇਹ ਨਿਗਾਰ ਪੱਤਰਕਾਰਤਾ ਦੇ ਵਿੱਚ ਨਿਗਾਰ ਇਸ ਕਰਕੇ ਪੋਲੀਟੀਕਲ ਸਿਸਟਮ ਵਿੱਚ ਨਿਗਾਰ ਹੈ, ਜਾਂ ਮੈਂ ਗਲਤ ਕਹਿ ਰਿਹਾ? ਨਹੀਂ, ਦੇਖੋ, ਜਿਹੜਾ ਪੱਤਰਕਾਰਿਤਾ ਸੀ ਉਹ ਚੌਥਾ ਸਤੰਭ ਸੀ। ਸੀ ਕਿਉਂ ਕਹਿ ਰਹੇ ਹੋ ਤੁਸੀਂ? ਸੀ ਇਸ ਲਈ ਕਿ ਹੁਣ ਨਹੀਂ ਹੈ। ਬਹੁਤ ਸਿੱਧੀ ਜੀ ਗੱਲ ਹੈ। ਹੁਣ ਜਿਹੜਾ ਤੁਹਾਡਾ ਗੋਲ ਹੈ ਜਾਂ ਟਾਰਗੇਟ ਹੈ, ਉਹਨੂੰ ਸੈੱਟ ਕਰਕੇ ਤੁਹਾਡਾ ਜਿਹੜਾ ਏਜੰਡਾ ਹੈ ਉਹਨੂੰ ਅੱਜ ਕੋਈ ਹੋਰ ਸੈੱਟ ਕਰ ਰਿਹਾ। ਜੇ ਮੈਂ ਬਹੁਤ ਸਿੱਧਾ ਕਹਾਂ ਕਿ ਜਿਹੜੇ ਪੋਲੀਟੀਕਲ ਰੂਲਰਸ ਨੇ ਅੱਜ ਕੱਲ੍ਹ, ਉਹ ਕੁਛ ਇਹੋ ਜਿਹੇ ਚੈਨਲ ਵੀ ਹੋਣਗੇ ਜਿਨ੍ਹਾਂ ਨੂੰ ਐਨੂਅਲ ਭੱਤਾ ਮਿਲਦਾ, ਅਤੇ ਜਾਂ ਤਾਂ ਚੈਨਲ ਜਿਹੜੇ ਨੇ ਉਹ ਵੱਡੇ ਇੰਡਸਟਰੀ ਅਦਾਰੇ ਜਾਂ ਵੱਡੇ ਜਿਹੜੇ ਸਰਮਾਏਦਾਰ ਨੇ ਉਹ ਚਲਾ ਰਹੇ ਨੇ। ਜਿਹੜਾ ਪੱਤਰਕਾਰੀ ਜਾਂ ਜਿਹੜੇ ਪੱਤਰਕਾਰੀ ਦੇ ਓਪਨ ਐਂਡਡ ਪ੍ਰੋਗਰਾਮ ਸੀਗੇ ਜਾਂ ਪੱਤਰਕਾਰੀ ਨੂੰ ਚਲਾਉਣ ਵਾਲੇ ਸੀਗੇ, ਉਹ ਅੱਜ ਬਹੁਤ ਸਿੱਧੇ ਜਿਹੇ ਹੈ ਕਿ ਤੁਹਾਡੀ ਅਲਾਈਨਮੈਂਟ ਜਿਹੜੀ ਹੈ ਸਾਡੇ ਇੰਡਸਟਰੀਅਲ ਹਾਊਸਿਸ ਦੀ ਜਾਂ ਕਿਸੇ ਸਟੇਟ ਗਵਰਨਮੈਂਟ ਨਾਲ ਜਾਂ ਸੈਂਟਰ ਗਵਰਨਮੈਂਟ ਨਾਲ, ਔਰ ਉਹ ਲਾਈਨ ਜਿਹੜੀ ਹੈ ਉਸ ਲਾਈਨ ਨੂੰ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਸਵੇਰੇ ਡਿਸਾਈਡ ਕਰ ਲਿਆ ਜਾਂਦਾ ਵੀ ਅੱਜ ਕੀ ਚੱਲੂਗਾ ਤੇ ਇਹਦੇ ਵਿੱਚ ਕੀ ਹੈ, ਏਜੰਡਾ ਸੈੱਟ ਕੀਤਾ ਜਾਂਦਾ। ਇਹ ਪੋਲੀਟੀਕਲ ਜਿਹੜਾ ਹੈ, ਇੱਕ ਤਾਂ ਈਵੈਂਟ ਮੈਨੇਜਮੈਂਟ ਹੋ ਗਈ, ਇੱਕ ਮੀਡੀਆ ਮੈਨੇਜਮੈਂਟ ਹੋ ਗਈ। ਔਰ ਜੇ ਅਸੀਂ ਪੱਤਰਕਾਰੀ ਨੂੰ ਇੱਕ ਈਵੈਂਟ ਬਣਾ ਕੇ ਉਹਨਾਂ ਨੂੰ ਅਸੀਂ ਦਿਖਾਉਂਦੇ ਹਾਂ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਜੇ ਕਿਤੇ ਪੱਤਰਕਾਰ ਜਾ ਰਹੇ ਸੀ, ਮੈਂ ਕਰਤਾਰ ਸਿੰਘ ਸਰਾਭਾ ਦੀ ਗੱਲ ਕਰ ਸਕਦਾ, ਬਈ ਜੇ ਸਾਰੇ ਪੱਤਰਕਾਰਾਂ ਨੂੰ ਜਾਣ ਤੋਂ ਰੋਕਿਆ ਗਿਆ ਔਰ ਉਹਨਾਂ ਨੂੰ ਕੀ ਕਿਹਾ ਗਿਆ, ਸਟੇਟ ਗਵਰਨਮੈਂਟ ਨੇ ਕਿਹਾ ਬਈ ਅਸੀਂ ਤੁਹਾਨੂੰ ਜਿਹੜੀ ਵੀ ਉੱਥੇ ਹੈਪਨਿੰਗ ਹੈ ਉਹ ਤੁਹਾਨੂੰ ਦੱਸਾਂਗੇ, ਉਹਦੇ ਸਿੱਟੇ, ਉਹਦੇ ਰਿਜ਼ਲਟ, ਉੱਥੋਂ ਦੀ ਹਾਈਲਾਈਟਸ ਅਸੀਂ ਤੁਹਾਡੇ ਕੋਲ ਭੇਜ ਦਿਆਂਗੇ, ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ। ਕਿ ਅੱਜ ਤੋਂ 20 ਸਾਲ ਪਹਿਲਾਂ ਇੱਦਾਂ ਕੁਝ ਹੋ ਸਕਦਾ ਸੀ? ਜੇ ਆਪਰੇਸ਼ਨ ਬਲੂ ਸਟਾਰ ਵੇਲੇ ਪੱਤਰਕਾਰਾਂ ਨੂੰ ਰੋਕਿਆ ਗਿਆ, ਉਹ ਉੱਥੇ ਬੈਠੇ ਸੀ, ਰਿਪੋਰਟਿੰਗ ਕਰਨ ਵਾਲੇ BBC ਵਾਲੇ ਵੀ ਸੀ, ਰਿਪੋਰਟਿੰਗ ਕਰਨ ਵਾਲੇ ਸਤੀਸ਼ ਜੈਕਬ ਤੇ ਮਾਰਕ ਟੱਲੀ ਸੀ, ਕੰਵਰ ਸੰਧੂ ਵੀ ਸੀ, ਅਸੀਂ ਸਪੋਰਟਸ ਰਿਪੋਰਟਰ ਸੀ, ਲੇਕਿਨ ਫੋਟੋਗ੍ਰਾਫਸ ਮਿਲੀਆਂ ਲਿਖਣ ਲਈ ਲੋਕਾਂ ਨੇ ਇਨਵਾਈਟ ਕੀਤਾ ਹਿੰਦੁਸਤਾਨ ਟਾਈਮਸ ਤੋਂ ਬਾਹਰ ਨਿਕਲ ਕੇ, ਮੀਨਸ ਹਿੰਦੁਸਤਾਨ ਟਾਈਮਸ ਦੀ ਇਜਾਜ਼ਤ ਨਾਲ ਲਿਖੇ, ਕਿਉਂਕਿ ਤੁਸੀਂ ਸਪੋਰਟਸ ਕਵਰ ਕਰਦੇ ਸੀ, ਕਿਉਂਕਿ ਤੁਹਾਡੇ ਕੋਲ ਮਸਾਲਾ ਸੀ। ਲੇਕਿਨ ਇੱਕ ਚੀਜ਼ ਕਹੀ ਗਈ ਵੀ ਜੋ ਕੁਝ ਤੁਸੀਂ ਲਿਖੋਗੇ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ। ਅੱਜ ਕੱਲ੍ਹ ਤਾਂ ਸਰਕਾਰ ਤੁਹਾਨੂੰ ਦੱਸਦੀ ਹੈ ਵੀ ਤੁਸੀਂ ਕੀ ਲਿਖਣਾ,
ਕਈ ਵਾਰ ਕਹਿੰਦੇ ਵੀ ਹੱਥ ਫੜ ਕੇ ਲਿਖਾਇਆ ਜਾਂਦਾ ਔਰ ਤੁਹਾਡੀ ਵਾਹ ਵੀ ਹੁੰਦੀ ਹੈ। ਔਰ ਜੇ ਤੁਸੀਂ ਸਰਕਾਰ ਦੀ ਨੀਤੀ ਨੂੰ ਟੋ ਨਹੀਂ ਕਰ ਰਹੇ ਤੁਹਾਨੂੰ ਕੱਢਿਆ ਵੀ ਜਾ ਸਕਦਾ। ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿੱਥੇ ਪੱਤਰਕਾਰ ਜਿਹੜੇ ਨੇ ਉਹ ਆਪਣੀਆਂ ਨੌਕਰੀਆਂ ਤੋਂ ਉਹਨਾਂ ਨੇ ਹੱਥ ਧੋਏ, ਕਿਉਂਕਿ ਜਿਹੜਾ ਏਜੰਡਾ ਜਾਂ ਜਿਹੜੇ ਉਹਨਾਂ ਲਈ ਇੱਕ ਕੁਝ ਟੀਚੇ ਸੈੱਟ ਕੀਤੇ ਗਏ ਸੀ ਉਹਨਾਂ ਤੇ ਉਹ ਖਰੇ ਨਹੀਂ ਉਤਰੇ। ਦਸਵਨਾਸ਼, ਤੁਸੀਂ ਇੱਕ ਸਪੋਰਟਸ ਦੇ ਵਿੱਚ ਟਰਮ ਹੁੰਦੀ ਆ ਆਲਰਾਊਂਡਰ, ਤੁਹਾਨੂੰ ਆਲਰਾਊਂਡਰ ਕਹਾਂ ਮੈਂ, ਤੁਸੀਂ ਆਪਦੀ ਫੀਲਡਸ ਪੱਤਰਕਾਰ ਤੋਂ ਸ਼ੁਰੂਆਤ ਕਰਦੇ ਹੋ ਅਤੇ ਉਸ ਦੇ ਨਾਲ ਤੁਸੀਂ ਵੱਡੇ ਵੱਡੇ ਵਿਦਿਅਕ ਅਦਾਰੇ ਹੈ, ਕਿਸੇ ਵਿੱਚ ਪ੍ਰੋ ਵਾਈਸ ਚਾਂਸਲਰ, ਕਿਸੇ ਵਿੱਚ ਤੁਸੀਂ ਡਾਇਰੈਕਟਰ ਰਹੇ ਹੋ, ਉੱਥੇ ਵੀ ਤੁਹਾਡੀ ਜ਼ਿੰਮੇਵਾਰੀ ਜਰਨਲਿਜ਼ਮ ਨੂੰ ਛੱਡ ਕੇ ਬਾਕੀ ਜਿਹੜੀ ਸਟਰੀਮ ਹੈਗੀ ਉਹਨਾਂ ਨਾਲ ਵੀ ਰਹੀ ਹੈ। ਕੀ ਅਸੀਂ ਉਹ ਜਿਹੇ ਸਟੂਡੈਂਟ ਨਹੀਂ ਤਿਆਰ ਕਰ ਪਾ ਰਹੇ, ਇਸ ਲਈ ਨਿਘਾਰ ਆ ਰਿਹਾ? ਵਜ੍ਹਾ ਕੀ ਮੰਨਦੇ ਹੋ? ਨਹੀਂ, ਪਹਿਲਾਂ ਤਾਂ ਤੁਸੀਂ ਮੇਰੇ ਬਾਰੇ ਪੁੱਛਿਆ, ਮੈਂ ਕਹਾਂਗਾ ਮੈਂ ਆਈ ਹੈਵ ਬੀਨ ਜੈਕ ਆਫ ਆਲ ਟ੍ਰੇਡਸ ਤੇ ਮਾਸਟਰ ਆਫ ਨਨ ਸੀ। ਬਈ ਕਦੇ ਇੱਧਰ ਹੱਥ ਅਜਮਾ ਲਿਆ, ਕਦੇ ਇੱਧਰ ਹੱਥ ਅਜਮਾ ਲਿਆ, ਤੇ ਉਹ ਮੀਡੀਆਕਰ ਵਾਲੀ ਗੱਲ। ਮੈਨੂੰ ਤੁਸੀਂ ਮਾਸਟਰ ਲੱਗਦੇ ਹੋ। ਚਲੋ ਤੁਸੀਂ ਮਾਸਟਰ ਕਹੋਗੇ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਮੇਰੀ ਲਾਈਫ ਦੇ ਵਿੱਚ ਜਿੰਨੇ ਚੇਂਜਸ ਆਏ ਉਹ ਫੇਟ ਐਂਡ ਚਾਂਸ ਦੇ ਕਾਰਨ ਸੀ। ਜਿੱਧਰ ਲੈ ਗਏ, ਸਪੋਰਟਸ ਰਿਪੋਰਟਿੰਗ ਕਿੱਦਾਂ ਸ਼ੁਰੂ ਹੋਈ, ਮੈਂ ਤਾਂ ਸਪੋਰਟਸ ਮੈਨ ਸੀ, ਸਪੋਰਟਸ ਕੋਚ ਬਣਨਾ ਚਾਹੁੰਦਾ ਸੀ। ਸੁਰਜੀਤ ਸਿੰਘ ਜਿਹੜਾ ਹਾਕੀ ਦਾ ਪਲੇਅਰ ਸੀ 1972 'ਚ, ਉਹਨੂੰ ਲਾਸਟ 3 ਦਿਨ ਪਹਿਲਾਂ ਮਿਊਨਿਕ ਓਲੰਪਿਕ ਜਾਣ ਵੇਲੇ ਕੱਢਿਆ ਗਿਆ। ਉਹ ਮੇਰਾ ਰੂਮਮੇਟ ਸੀ। ਮੈਂ ਉਹਨੂੰ ਰੋਂਦਿਆਂ ਦੇਖਿਆ, ਮੈਂ ਦੀਵਾਰ 'ਚ ਉਹਨੂੰ ਸਰ ਮਾਰਦਿਆਂ ਦੇਖਿਆ। ਮੈਂ ਜ਼ਿੰਦਗੀ ਦੀ ਪਹਿਲੀ ਰਿਪੋਰਟ ਆਪਣੇ ਫਾਦਰ ਦੀ ਮਦਦ ਨਾਲ ਇੱਕ ਲੈਟਰ ਟੂ ਦ ਐਡੀਟਰ ਲਿਖੀ, ਇੱਕ ਰਿਪੋਰਟ ਸਪੋਰਟਸ ਵੀਕ 'ਚ ਲਿਖੀ। ਉੱਥੋਂ ਜਦੋਂ ਇੱਕ ਚੈੱਕ ਮਿਲਿਆ 45 ਰੁਪਏ ਦਾ ਅਤੇ 10 ਰੁਪਏ ਫੋਟੋਗ੍ਰਾਫ ਲਈ ਮਿਲੇ, ਤੁਹਾਡਾ ਜਿਹੜਾ ਰੁੱਖ ਹੈ ਉਹ ਉਸ ਪਾਸੇ ਸ਼ੁਰੂ ਹੋ ਗਿਆ। ਕਿਉਂਕਿ ਐਸੋਸੀਏਟ ਐਡੀਟਰ ਸ਼ਰਦ ਕੋਟਨਿਸ ਨੇ ਲਿਖਿਆ, ਆਪਣੇ ਇਲਾਕੇ ਦੀਆਂ ਖਬਰਾਂ ਸਪੋਰਟਸ ਨਾਲ ਰਿਲੇਟਡ ਹੋਣ ਉਹਨਾਂ ਨੂੰ ਭੇਜਣਾ ਸ਼ੁਰੂ ਕਰੋ। ਉਹ ਤੁਸੀਂ BA ਕਰਦੇ ਕਰਦੇ, ਪਹਿਲਾਂ ਤਾਂ ਮੈਡੀਕਲ ਉਹਦੇ ਵਿੱਚ ਸੀ, ਫਾਦਰ ਚਾਹੁੰਦੇ ਸੀ ਤੁਸੀਂ ਡਾਕਟਰ ਬਣ ਜਾਓ। ਆਰਟਸ ਵੱਲ ਗਏ, ਫਾਦਰ ਬਹੁਤ ਦੁਖੀ ਸਨ ਕਿਉਂਕਿ ਉਹ ਇੱਕ ਪੇਸ਼ੇ ਵਜੋਂ ਡਾਕਟਰ ਸੀ ਅਤੇ ਉਹ ਆਪਣੇ ਬੱਚਿਆਂ ਨੂੰ ਡਾਕਟਰ ਹੀ ਦੇਖਣਾ ਚਾਹੁੰਦੇ ਸੀ। ਲੇਕਿਨ ਪੱਤਰਕਾਰੀ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਅੱਗੇ ਗਏ, ਕੁਝ ਮੈਗਜ਼ੀਨ ਨੇ ਤੁਹਾਨੂੰ ਐਕਸੈਪਟ ਕਰਨਾ ਸ਼ੁਰੂ ਕਰਤਾ। ਤੁਸੀਂ ਪੜ੍ਹਦੇ ਪੜ੍ਹਦੇ BA ਫਾਈਨਲ ਤੱਕ ਇੱਕ ਆਰਟੀਕਲ ਇਲਸਟ੍ਰੇਟਿਡ ਵੀਕਲੀ ਛਪ ਗਿਆ। ਉਹ ਸਾਨੂੰ ਨਹੀਂ ਸੀ ਪਤਾ ਕਿ ਉਸ ਵੇਲੇ ਉਹ ਕਿੱਡੀ ਵੱਡੀ ਚੀਜ਼ ਸੀ। ਜਦੋਂ ਉਹਨਾਂ ਦੀ ਪੇਮੈਂਟ ਆਈ ਜਾਂ ਜਦੋਂ ਕਾਲਜ ਨੇ, ਮੋਦੀ ਕਾਲਜ ਪਟਿਆਲਾ ਨੇ ਤੁਹਾਨੂੰ ਆਨਰ ਦਿੱਤਾ ਬਈ ਇਲਸਟ੍ਰੇਟਿਡ ਵੀਕਲੀ ਦੇ ਵਿੱਚ ਕਵਰ ਸਟੋਰੀ, ਮੈਨੂੰ ਉਸ ਵੇਲੇ ਤੱਕ ਨਹੀਂ ਸੀ ਪਤਾ ਕਿ ਕਵਰ ਸਟੋਰੀ ਕੀ ਹੁੰਦੀ ਹੈ। ਪਰ ਓਲੰਪਿਕਸ ਦੇ ਵਿੱਚ ਸਾਡੀ ਕੋਈ ਬਹੁਤ ਅੱਛੀ ਪਰਫਾਰਮੈਂਸ ਨਹੀਂ ਸੀ ਹੁੰਦੀ। ਉਹਦੇ 'ਤੇ ਲਿਖਿਆ ਲੇਡੀਜ਼ ਤੇ ਵੂਮਨ 'ਤੇ ਅਲੱਗ ਲਿਖਿਆ, ਉਹ ਉਹਨਾਂ ਦੀ ਕਵਰ ਸਟੋਰੀ ਸੀ ਜਿਹੜੀ ਮੈਨੂੰ ਅੱਜ ਵੀ ਯਾਦ ਹੈ ਕਿ NIS ਦੇ ਵਿੱਚ ਇੱਕ ਰਫਾਕਤ ਅਲੀ ਸਾਹਿਬ ਹੁੰਦੇ ਸੀ, ਉਹ ਸਾਨੂੰ ਗਾਈਡ ਕਰਦੇ ਹੁੰਦੇ ਸੀ। ਮੈਂ ਉਹਨਾਂ ਕੋਲ ਥੋੜ੍ਹੀ ਦੇਰ ਨੌਕਰੀ ਵੀ ਕੀਤੀ ਹੈ। ਉੱਧਰੋਂ ਇੱਕ ਜਰਨਲਿਜ਼ਮ ਵੱਲ ਜਿਹੜਾ ਹੈ ਉਹ ਪੁਸ਼ ਮਿਲਿਆ ਅਤੇ ਟ੍ਰਿਬਿਊਨ ਦੇ ਵਿੱਚ ਮੈਂ ਪਹਿਲਾ ਸਪੋਰਟਸ ਰਿਪੋਰਟਰ ਸੀ। ਆਪਣੇ ਆਪ ਹੋਇਆ। ਉਸ ਤੋਂ ਬਾਅਦ ਜਦੋਂ ਪੋਲੀਟੀਕਲੀ ਹੋਇਆ, ਹਿੰਦੁਸਤਾਨ ਟਾਈਮਸ ਵੱਲੋਂ ਜਾਣਾ ਤਾਂ ਓਲੰਪਿਕਸ ਲਈ ਸੀ, ਗਏ ਵੀ 84 ਲਾਸ ਐਂਜਲਸ ਓਲੰਪਿਕਸ ਲਈ। ਵਾਪਸ ਆ ਕੇ ਲੋਕਾਂ ਨੇ ਸਾਡੀ ਜਿਹੜੀ ਹੈ ਬਲੂ ਸਟਾਰ ਦੀ ਕਵਰੇਜ ਜਿਹੜੀ ਹੈ ਉਹਦੇ 'ਤੇ ਲਿਖਣ ਲਈ ਜ਼ਿਆਦਾ ਲੋਕਾਂ ਨੇ ਕਿਹਾ। 1 ਸਾਲ ਦੇ ਵਿੱਚ ਉਹਨਾਂ ਨੇ ਤੁਹਾਨੂੰ ਪੋਲੀਟੀਕਲ ਰਿਪੋਰਟਰ ਬਣਾ ਤਾ। ਉਹ ਉਦੋਂ ਤੱਕ ਇਹ ਸੀ ਵੀ ਪੋਲੀਟੀਕਲ ਰਿਪੋਰਟਿੰਗ ਆਉਂਦੀ ਤਾਂ ਨਹੀਂ ਸੀ, ਪਰ ਜ਼ੋਰ ਲੱਗਾ। ਉਸ ਵੇਲੇ ਕੁਝ ਦੋਸਤ ਸਨ ਜਿਹੜੇ ਮਦਦ ਕਰਦੇ ਸਨ, ਜਿਹੜੀ ਤੁਹਾਡੀ ਰਾਈਟਿੰਗਸ ਵੀ ਕਰੈਕਟ ਕਰਦੇ ਸੀ। ਉਹਦੇ ਨਾਲ ਇੱਕ ਹੋਇਆ। ਪੜ੍ਹਾਈ ਵੱਲ ਇਸ ਤਰ੍ਹਾਂ ਵੀ UGC ਨੇ ਇੱਕ ਕੱਢਿਆ ਸੀ ਕਿ ਜਿਹੜੇ ਟੌਪ ਦੇ ਪ੍ਰੋਫੈਸ਼ਨਲਸ ਨੇ ਉਹ ਜੇ ਟੀਚਿੰਗ ਵੱਲ ਆਉਣ ਤਾਂ ਅਸੀਂ ਉਹਨਾਂ ਨੂੰ ਡਾਇਰੈਕਟ ਪ੍ਰੋਫੈਸਰਸ ਲਵਾਂਗੇ। 1997 ਦੇ ਵਿੱਚ ਮੇਰੇ ਐਡੀਟਰ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਆਈ ਅਪਲਾਈਡ ਅਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪ੍ਰੋਫੈਸਰ ਐਂਡ ਹੈਡ ਕੀਤਾ। ਉਸ ਤੋਂ ਬਾਅਦ ਸਰਕਾਰੀ ਯੂਨੀਵਰਸਿਟੀ ਤੋਂ ਬਾਅਦ ਪ੍ਰਾਈਵੇਟ ਯੂਨੀਵਰਸਿਟੀਜ਼, ਉਹ ਅਗਲੇ 20 ਸਾਲ ਉਹਦਾ ਚਲਨ ਚੱਲਦਾ ਰਿਹਾ। ਮਾਸ ਕਮਿਊਨੀਕੇਸ਼ਨ ਤੋਂ ਸ਼ੁਰੂ ਹੋ ਕੇ ਉਹ ਜਰਨਲ ਦੇ ਵਿੱਚ ਚਲੇ ਗਏ, ਜਿਹਨੂੰ ਅਸੀਂ ਐਜੂਕੇਸ਼ਨ ਮੈਨੇਜਮੈਂਟ ਕਹਿੰਦੇ ਹਾਂ। ਉਹ ਤੁਸੀਂ ਡਾਇਰੈਕਟਰ ਜਾਂ ਜਿਹੜਾ ਹੈ ਪ੍ਰੋਕਟਰ, ਉਹਦੇ ਨਾਲ ਨਾਲ ਡੀਨ ਸਟੂਡੈਂਟਸ ਵੈਲਫੇਅਰ,
that took me to Director General and Pro Vice Chancellor. ਉਹ ਸਾਰਾ ਚੇਂजेस ਜਿਹੜੇ ਨੇ ਉਹ ਉੱਪਰ ਵਾਲਾ ਕਿਤੇ ਬੈਠਾ ਜੀ ਜਿਹਦੇ ਕਰਕੇ ਆਏ ਨੇ, ਉਹਦੇ 'ਚ ਮੇਰਾ ਕੋਈ ਹੱਥ ਨਹੀਂ। ਬੜੇ ਵੱਖਰੇ ਵੱਖਰੇ ਟਰੈਕ ਰਹੇ ਆ ਤੁਹਾਡੇ ਪ੍ਰਸਵਨਾਥ ਸਿੰਘ। ਮੈਂ ਇਸੇ ਟਰੈਕ ਤੇ ਵਾਪਸ ਆਊਂਗਾ, ਇੱਕ ਬ੍ਰੇਕ ਲੈ ਲਵਾਂ, ਇੱਕ ਛੋਟਾ ਜਿਹਾ ਬ੍ਰੇਕ ਹੋਰ ਲਵਾਂਗੇ ਤੇ ਬ੍ਰੇਕ ਤੋਂ ਵਾਪਸ ਆਵਾਂਗੇ। ਬੜਾ ਇੰਟਰਸਟਿੰਗ ਹੈ ਪ੍ਰਸਵਨਾਥ ਸਿੰਘ ਨੂੰ ਸੁਣਨਾ। ਪ੍ਰਸਵਨਾਥ ਸਿੰਘ ਜਿਹੜੇ ਕੈਮਰੇ ਦੇ ਵੀ ਮਾਹਰ ਹੈ, ਕਲਮ ਦੇ ਵੀ ਮਾਹਰ ਹੈ, ਤੇ ਵਿਦਿਆਰਥੀ ਉਹਨਾਂ ਨੇ ਤਿਆਰ ਕੀਤੇ ਆ। ਮੈਂ ਉਹ ਵਿਦਿਆਰਥੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਤੇ ਸਾਡੇ ਉਸ ਸਿਸਟਮ ਵਿੱਚ ਕਮੀ ਤਾਂ ਨਹੀਂ ਹੈਗੀ ਜਿੱਥੋਂ ਉਹੋ ਜਿਹੇ ਵਿਦਿਆਰਥੀ ਨਹੀਂ ਨਿਕਲ ਪਾ ਰਹੇ, ਜਾਂ ਕੁਝ ਸੰਸਥਾਵਾਂ ਇਹੋ ਜਿਹੀਆਂ ਜਿੱਥੋਂ ਵਿਦਿਆਰਥੀ ਤਾਂ ਨਿਕਲਦੇ ਆ ਪਰ ਉਹ ਵਿਦਿਆਰਥੀਆਂ ਨੂੰ ਆਪਣੇ ਮੁਤਾਬਕ ਪਲਾਂਘਾਂ ਪੁੱਟਣ ਨਹੀਂ ਦਿੱਤੀਆਂ ਜਾ ਰਹੀਆਂ। ਇਹ ਵੀ ਸਵਾਲ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰਸਵਨਾਥ, ਤੁਸੀਂ ਹਮੇਸ਼ਾ ਕਹਿੰਦੇ ਮੈਂ ਇੱਕ ਸਟੂਡੈਂਟ ਹਾਂ, ਪਰ ਮੈਂ ਇਹ ਸਵਾਲ ਕਰਨਾ ਚਾਹੁੰਦਾ ਵੀ ਤੁਹਾਡੇ ਕੋਲੋਂ ਇੰਨੇ ਸਟੂਡੈਂਟ ਨਿਕਲੇ ਆ ਤੇ ਮੈਨੂੰ ਵੀ ਆਪਦੇ ਆਪ ਨੂੰ ਬੜਾ ਉਹ ਲੱਗਦਾ ਪਿਆ ਕਿ ਮੈਂ ਤੁਹਾਨੂੰ ਸਵਾਲ ਪੁੱਛ ਪਾ ਰਿਹਾ, ਕਿਉਂਕਿ ਤੁਸੀਂ ਇਹੋ ਜਿਹੇ ਸਟੂਡੈਂਟ ਤਿਆਰ ਕੀਤੇ ਜਿਹੜੇ ਸਵਾਲ ਪੁੱਛ ਸਕਣ। ਪ੍ਰਸਵਨਾਥ, ਤੁਹਾਨੂੰ ਲੱਗਦਾ ਕਿ ਉਹਨਾਂ ਜਿਹੜੇ ਉਹ ਸਵਾਲ ਪੁੱਛਣਾ ਚਾਹੁੰਦੇ ਆ ਉਹਨਾਂ ਨੂੰ ਪੁੱਛਣ ਨਹੀਂ ਦਿੱਤੇ ਜਾ ਰਹੇ? ਹਰ ਤਰ੍ਹਾਂ ਦੇ ਸਟੂਡੈਂਟ ਨੇ ਜੀ। ਪਹਿਲਾਂ ਤਾਂ ਮੈਂ ਕਹਾਂਗਾ ਕਿ ਮੈਂ ਇੱਕ ਸਟੂਡੈਂਟ ਹਾਂ, ਕਿਉਂਕਿ ਈਵਨ ਸਕੂਲ ਸਟੂਡੈਂਟਸ ਤੋਂ ਜਦੋਂ ਉਹ ਸਾਨੂੰ ਸਵਾਲ ਪੁੱਛਦੇ ਆ, ਕਾਉਂਸਲਿੰਗ ਜੇ ਲਈ ਜਾਂਦੇ ਆ, ਤਾਂ ਉਹ ਵੀ ਸਾਨੂੰ ਕੁਝ ਨਵਾਂ ਸਿਖਾਉਂਦੇ ਆ। ਅੱਜ ਕਿਸੇ ਸਕੂਲ ਦੇ ਵਿੱਚ ਸੀ, ਇਹੋ ਜਿਹੇ ਸਵਾਲ ਪੁੱਛੇ ਗਏ ਕਿ ਸਾਨੂੰ ਵੀ ਉਹਨਾਂ ਏਰੀਆਜ਼ ਦੇ ਵਿੱਚ ਪੜ੍ਹਨ ਦੀ ਲੋੜ ਹੈ। ਇਹ ਸਾਰਾ ਕੁਝ ਅਸੀਂ ਲਾਈਫ ਟਾਈਮ ਜਿਹੜਾ ਹੈ ਲਰਨਿੰਗ ਜਿਹੜੀ ਹੈ, ਇਟਸ ਅ ਲਾਈਫ ਟਾਈਮ ਪ੍ਰੋਸੈਸ। ਜਿੱਦੇ ਮੈਂ ਸੋਚ ਲਾਂ ਕਿ ਮੈਨੂੰ ਸਾਰਾ ਕੁਝ ਆਉਂਦਾ, ਸ਼ਾਇਦ ਸਾਡੀ ਪ੍ਰੋਗਰੈਸ ਰੁਕ ਜਾਵੇ। ਜਿਹੜਾ ਤੁਹਾਡਾ ਸਵਾਲ ਹੈ ਬੱਚਿਆਂ ਨੂੰ ਲੈ ਕੇ ਕਿ ਬੱਚੇ ਐਮਿਟੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸਨ, ਉਹ ਮੈਂ ਕਹਾਂਗਾ ਬਹੁਤ ਸਾਰੇ ਫਿਲਮ ਮੀਡੀਆ 'ਚ ਗਏ, ਬਹੁਤ ਸਾਰੇ ਟੈਲੀਵਿਜ਼ਨ ਪ੍ਰੋਡਕਸ਼ਨ 'ਚ ਗਏ, ਬਹੁਤ ਸਾਰੇ ਸਟੋਰੀ ਰਾਈਟਿੰਗ, ਬਹੁਤ ਸਾਰੇ ਕਾਪੀ ਰਾਈਟਿੰਗ ਤੇ ਐਡਵਰਟਾਈਜ਼ਿੰਗ ਦੇ ਵਿੱਚ ਗਏ, ਪਬਲਿਕ ਰਿਲੇਸ਼ਨ ਦੇ ਵਿੱਚ ਗਏ। ਜਿਹੜੇ ਪੱਤਰਕਾਰ ਨੇ, ਅੱਜ ਮੈਂ ਬਹੁਤ ਕਲੀਅਰਲੀ ਕਹਾਂਗਾ ਕਿ ਪੱਤਰਕਾਰ ਸਕਸੈਸਫੁਲ ਉਹੀ ਨੇ, ਲੇਕਿਨ ਇੱਕ ਨਾਮ ਹੈ ਅੱਜ ਵੀ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ। ਉਹ ਬਹੁਤ ਸਾਲ ਪਹਿਲਾਂ ਕਿਸੇ ਨੈਸ਼ਨਲ ਮੀਡੀਆ ਦਾ ਬਿਊਰੋ ਚੀਫ ਹੈ। ਪੰਜਾਬ ਵੀ ਕਵਰ ਕੀਤਾ, ਪੰਜਾਬ, ਹਰਿਆਣਾ, ਹਿਮਾਚਲ ਵੀ ਕਵਰ ਕੀਤਾ। ਮੈਂ ਕਹਾਂਗਾ ਇੰਡੀਪੈਂਡੈਂਟ ਜਰਨਲਿਸਟ ਹੈ, ਆਪਣਾ ਕੰਮ ਕਰਦੇ ਰਹੇ ਨੇ, ਹੁਣ ਵੀ ਉਹ ਕਰ ਰਹੇ ਨੇ। ਇਸੇ ਤਰ੍ਹਾਂ ਫੀਮੇਲ ਜਰਨਲਿਸਟ ਵੀ ਨੇ ਜਿਹੜੇ ਆਪਣਾ ਕੰਮ ਕਰ ਰਹੇ। ਲੇਕਿਨ ਕੁਝ ਅਸੀਂ ਬੱਚੇ ਕਹਾਂਗੇ ਜਿਨ੍ਹਾਂ ਨੂੰ ਬਹੁਤ ਤਰੱਕੀਆਂ ਮਿਲੀਆਂ, ਉਹ ਤਰੱਕੀਆਂ ਦੇ ਨਾਲ ਨਾਲ ਜਿਹੜੇ ਸਰਕਾਰੀ ਅਦਾਰਿਆਂ ਵੱਲ ਜ਼ਿਆਦਾ ਇੰਪ੍ਰੈਸ ਹੋਏ, ਜਾਂ ਸਰਕਾਰ ਦਾ ਹੱਥ, ਕੋਈ ਵੀ ਸਰਕਾਰ ਹੋਵੇ, ਉਹਦਾ ਹੱਥ ਫੜ ਕੇ ਚੱਲਣ ਦਾ ਉਹਨਾਂ ਕੋਲ ਮਨਸੂਬਾ ਸੀ ਜਾਂ ਉਹਨਾਂ ਦੀ ਮਜਬੂਰੀ ਸੀ। ਲੇਕਿਨ ਮੈਂ ਕਹਿ ਸਕਦਾ ਤੁਹਾਡੀ ਗੱਲ ਠੀਕ ਹੈ ਕਿ ਅੱਜ ਉਹ ਜੋ ਸਵਾਲ ਪੁੱਛਣਾ ਚਾਹੁੰਦੇ ਹੈ, ਇੱਕ ਤਾਂ ਉਹਨਾਂ ਨੂੰ ਪੁੱਛਣ ਨਹੀਂ ਦਿੱਤਾ ਜਾਏਗਾ, ਦੂਸਰਾ ਇਹ ਹੈ ਵੀ ਤੁਸੀਂ ਉਸੇ ਰੰਗ ਵਿੱਚ ਰੰਗੇ ਗਏ। ਜਦੋਂ ਤੁਹਾਡਾ ਰੰਗ ਇੱਕੋ ਹੋ ਜਾਏ ਕਿਸੇ ਨਾਲ, ਤੁਸੀਂ ਉਹਦੇ 'ਚ ਡਿਫਰੈਂਟ ਅਟੈਂਪਟਸ ਨਹੀਂ ਕਰ ਸਕਦੇ ਕਿ ਮੈਂ ਇਸੇ ਰੰਗ ਨੂੰ ਹੁਣ ਬਦਲ ਕੇ ਕਿਸੇ ਹੋਰ ਰੰਗ ਦੇ ਵਿੱਚ ਲਿਆਵਾਂ। ਮਿਕਸ ਐਂਡ ਮੈਚ ਹੋ ਸਕਦਾ, ਪਰ ਉਹ ਅੱਜ ਪੋਸੀਬਲ ਨਹੀਂ ਹੈ। ਪੱਤਰਕਾਰੀ ਜੋ ਸੀਗੀ ਉਹ ਅੱਜ ਨਹੀਂ ਹੈ, ਲੇਕਿਨ ਅੱਜ ਵੀ ਬਹੁਤ ਸਾਰੇ ਪੱਤਰਕਾਰ ਬੈਠੇ ਨੇ ਜਿਹੜੇ ਆਪਣੇ ਗਟਸ ਦਿਖਾਉਂਦੇ ਹੈ, ਸਵਾਲ ਪੁੱਛਦੇ ਹੈ। ਔਰ ਅੱਜ ਤੱਕ ਜੇ ਪੱਤਰਕਾਰੀ ਦਾ ਮਿਆਰ ਹੈਗਾ, ਉਹਨਾਂ ਕਰਕੇ ਹੈਗਾ। ਥੋੜ੍ਹੇ ਹੋਣ, ਲੇਕਿਨ ਅੱਜ ਵੀ ਸਾਨੂੰ ਦਿਖਾਈ ਪੈਂਦੇ ਨੇ। ਪ੍ਰਸਵਨਾਥ ਸਿੰਘ, ਜਦੋਂ ਤੁਸੀਂ ਇਹ ਸਾਰੀ ਗੱਲਬਾਤ ਕਰਦੇ ਹੋ, ਉਦੋਂ ਅਸੀਂ ਜਿਹੜੀ ਅਸਲ ਰਿਪੋਰਟਿੰਗ ਹੈ, ਜਿਹੜੀ ਪੇਂਡੂ ਭਾਰਤ ਦੀ ਹੈ, ਉਹ ਰਿਪੋਰਟਿੰਗ ਅਸੀਂ ਮਿਸ ਕਰਦੇ ਪਏ ਹਾਂ। ਉਹਦੇ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਮੈਂ ਵੀ ਆਪਦੇ ਆਪ ਨੂੰ ਉਸ ਕਤਾਰ ਵਿੱਚ ਖੜਾ ਮਹਿਸੂਸ ਕਰਦਾ। ਅਸੀਂ ਪੇਂਡੂ ਭਾਰਤ ਨੂੰ ਪਾਸੇ ਕਿਉਂ ਕਰਤਾ? ਮੈਂ ਇਸ ਲਈ ਸਵਾਲ ਕਰ ਰਿਹਾ ਕਿਉਂਕਿ ਪੰਜਾਬ ਅਗਰੇਰੀਅਨ ਸਟੇਟ ਹੈ। ਪੰਜਾਬ ਦੀ ਖੇਤੀ ਦੀ ਗੱਲ ਜੇ ਹੁੰਦੀ ਹੈ, ਸਿਰਫ ਕਿਸਾਨ ਅੰਦੋਲਨ ਦੀ ਗੱਲ ਹੁੰਦੀ, ਉਹ ਵੀ ਨੈਗੇਟਿਵਿਟੀ ਫੈਲਾਏਗੀ ਬਹੁਤੇ ਹਿੱਸੇ ਵੱਲੋਂ। ਫਿਰ ਸਾਡੇ ਪਾਣੀ ਦੀ ਗੱਲ ਨਹੀਂ ਹੋ ਰਹੀਗੀ। ਅਸੀਂ ਕਿੱਥੇ ਖੜੇ ਹਾਂ? ਦੇਖੋ, ਮੈਂ ਬਹੁਤ ਕਲੀਅਰ ਸੀ ਬਈ ਰਿਪੋਰਟਰ ਉਹ ਹੁੰਦਾ ਹੈ ਜਦੋਂ ਪਹਿਲੀ ਵਾਰੀ ਮੈਂ ਪੋਲੀਟੀਕਲ ਕੋਰਸਪੋਂਡੈਂਟ ਬਣਿਆ ਤੇ ਨਾਰਥ ਈਸਟ ਵਿੱਚ ਭੇਜਿਆ ਗਿਆ। ਮੈਨੂੰ ਸਭ ਤੋਂ ਪਹਿਲਾਂ ਇੱਕ ਆਦੇਸ਼ ਨਹੀਂ ਸੀ, ਇੱਕ ਸਜੈਸ਼ਨ ਮਿਲੀ ਆਪਣੇ ਐਡੀਟਰ ਕੋਲੋਂ ਬਈ ਸਾਨੂੰ ਡੇਲੀ ਰਿਪੋਰਟਿੰਗ ਨਹੀਂ ਚਾਹੀਦੀ। ਨਾਰਥ ਈਸਟ ਦੇ ਵਿੱਚ 8 ਸਟੇਟ ਨੇ, 7 ਨਹੀਂ 8 ਨੇ, ਅਸ਼ਟਭੁਜਾ ਕਹਿੰਦੇ ਆ।
ਹਰ ਸਟੇਟ ਬਾਰੇ ਪਹਿਲਾਂ ਤਾਂ ਗਿਆਨ ਪ੍ਰਾਪਤ ਕਰੋ, ਉਹਨਾਂ ਦੇ ਮਿਊਜ਼ਿਕ ਕੀ ਫੋਲੋ ਕਰਦੇ ਆ, ਉਹਨਾਂ ਦੇ ਇੰਟਰਸਟ ਕੀ ਹੈ, ਉਹਨਾਂ ਦੀ ਰਵਾਇਤਾਂ ਕੀ ਨੇ, ਉਹਨਾਂ ਦਾ ਕਲਚਰ ਕੀ ਕਹਿੰਦਾ, ਔਰ ਆਪਸ ਦੇ ਵਿੱਚ ਭਿੰਨ ਕਿਸ ਤਰ੍ਹਾਂ ਨੇ। ਮੈਂ ਕਹਿਣਾ ਚਾਹੁੰਦਾ 8 ਦੀਆਂ 8 ਸਟੇਟ ਜਿਹਨੂੰ ਅਸੀਂ ਨਾਰਥ ਈਸਟ ਕਹਿ ਕੇ ਸਾਰਾ ਇਕੱਠਾ ਕਰ ਦਿੰਦੇ ਹਾਂ, ਉਹ ਸਭ ਵੱਖੋ ਵੱਖਰੇ ਨੇ। ਉਹਨਾਂ ਦਾ ਕਲਚਰ, ਉਹਨਾਂ ਦਾ ਡਾਂਸਿੰਗ ਸਟਾਈਲ, ਉਹਨਾਂ ਦਾ ਮਿਊਜ਼ਿਕ ਸਭ ਕੁਝ ਭਿੰਨ ਹੈ, ਪਹਿਰਾਵਾ ਭਿੰਨ ਹੈ। ਲੇਕਿਨ ਅਸੀਂ ਜਦੋਂ ਦਿੱਲੀ 'ਚ ਬੈਠੇ ਉਹਨੂੰ ਸਮਝਦੇ ਹਾਂ ਬਈ ਇਹ ਨਾਰਥ ਈਸਟ ਦਾ ਐਕਸਪਰਟ ਹੈ, ਸਾਰੇ ਅਸੀਂ ਇਕੱਠੇ ਕਰ ਦਿੰਦੇ ਹਾਂ। ਉਹ ਇੱਕ ਥੈਲੀ ਦੇ ਚੱਟੇ ਵੱਟੇ ਨਹੀਂ, ਬਿਲਕੁਲ ਡਿਫਰੈਂਟ ਹੈ। ਤੁਸੀਂ ਕਸਬਾ 'ਤੇ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸੀ ਕਿ ਮੇਰੇ ਐਡੀਟਰ ਨੇ ਜਦੋਂ ਪੰਜਾਬ ਦੇ ਵਿੱਚ ਪੋਸਟਿੰਗ ਕੀਤੀ, ਉਹਨਾਂ ਨੇ ਕਿਹਾ ਜੀ ਫ੍ਰੀ ਟੂ ਟਰੈਵਲ ਐਨੀ ਟਾਈਮ ਦੇਰ ਇਜ਼ ਨਿਊਜ਼, ਤੁਹਾਨੂੰ ਪ੍ਰਾਇਰ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ। ਅੱਜ ਕਸਬੇ ਦਾ ਰਿਪੋਰਟਰ ਜਿਹੜੇ ਕਸਬੇ ਦੇ ਵਿੱਚ, ਉਹਨਾਂ ਕੋਲ ਆਪਣਾ ਡਾਕ ਖਰਚਾ ਵੀ ਨਹੀਂ ਹੁੰਦਾ, ਉਹ ਲੋਕਾਂ ਤੋਂ ਡਾਕ ਖਰਚਾ ਵੀ ਲੈਂਦੇ ਆ, ਤੇ ਕਿਸੇ ਵੇਲੇ ਕਹਿੰਦੇ ਵੀ ਘਰ ਦਾ ਕੋਈ ਜੀ ਚਲਾ ਗਿਆ, ਤੁਸੀਂ ਉਹਦਾ ਇਸ਼ਤਿਹਾਰ ਦੇਣ ਲਈ ਵੀ ਤੁਹਾਨੂੰ ਆਪਣੇ ਜਿਹੜਾ ਜੋ ਕੁਝ ਛੋਟਾ ਮੋਟਾ ਮਿਲਦਾ ਉਹਦੇ 'ਚੋਂ ਹਿੱਸੇ ਕੱਟਦੇ ਨੇ, ਔਰ ਉਹਨਾਂ ਕੋਲ ਭੋਗ ਪਾਉਣ ਦੇ ਪੈਸੇ ਨਹੀਂ। ਜਾਂ ਮੈਂ ਕਹਾਂਗਾ ਕਿ ਉਹਨਾਂ ਦਾ ਆਪਣਾ ਜੀਵਨ ਠੀਕ ਤਰ੍ਹਾਂ ਚਲਾਉਣ ਲਈ ਜੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਤਾਂ ਫਿਰ ਅਸੀਂ ਕਸਬਿਆਂ ਦੇ ਵਿੱਚ ਰਿਪੋਰਟਰ ਕਿੱਦਾਂ ਰੱਖੇ ਨੇ। ਮੈਂ ਇੱਕੋ ਐਗਜ਼ਾਮਪਲ ਦਿਆਂਗਾ। ਮੈਂ ਕਿਸੇ ਨੈਸ਼ਨਲ ਮੀਡੀਆ ਨਾਲ ਜੁੜਿਆ ਹੋਇਆ ਸੀ। ਅੰਮ੍ਰਿਤਸਰ ਦੀ ਪੋਸਟਿੰਗ ਵਿੱਚ ਮੈਂ ਦੇਖਿਆ ਵੀ ਇੱਕ ਪਰਟੀਕੂਲਰ ਅਖਬਾਰ 'ਚ 40 ਤੋਂ ਉੱਪਰ ਸਿਰਫ ਅੰਮ੍ਰਿਤਸਰ ਡਿਸਟ੍ਰਿਕਟ ਦੇ ਕੋਰੈਸਪੋਂਡੈਂਟ ਸੀ, ਲੇਕਿਨ ਤਨਖਾਹ ਕਿਸੇ ਨੂੰ ਨਹੀਂ ਸੀ ਮਿਲਦੀ। ਇਹ ਜਿਹੜਾ ਸੀ, ਈਵਨ ਜਿਹਨੂੰ ਅਸੀਂ ਕਹਿੰਦੇ ਨਾ ਰਿਟੇਨਰਸ਼ਿਪ, ਕੋਈ ਅੱਜ ਕਿਸੇ ਇੰਟਰਨੈਸ਼ਨਲ ਏਜੰਸੀ ਨਾਲ ਕੰਮ ਕਰਦਾ, ਤੁਸੀਂ ਰਿਪੋਰਟ ਕਰ ਰਹੇ ਹੋ, ਕਿਸੇ ਵੇਲੇ ਕੁਝ ਨਹੀਂ ਛਪਿਆ, ਇੱਕ ਫਿਕਸਡ ਅਮਾਊਂਟ ਤੁਹਾਨੂੰ ਹਰ ਮਹੀਨੇ ਮਿਲੇਗਾ, ਉਹਨੂੰ ਅਸੀਂ ਰਿਟੇਨਰਸ਼ਿਪ ਕਹਿੰਦੇ ਹਾਂ। ਪਰ ਨਿਊਜ਼ ਪੈਸਾ ਅਲੱਗ ਮਿਲੇਗਾ। ਲੇਕਿਨ ਸਾਡਾ ਜਿਹੜਾ ਰੀਜਨਲ ਮੀਡੀਆ ਸੀ, ਵਰਨੈਕੂਲਰ ਪ੍ਰੈਸ ਸੀ ਜਾਂ ਲੈਂਗੁਏਜ ਪ੍ਰੈਸ ਸੀ, ਉਹਨਾਂ ਨੇ ਹੌਲੀ ਹੌਲੀ ਉਹ ਬੰਦੇ ਰੱਖੇ ਜਿਹੜੇ ਕਿ ਤੁਹਾਨੂੰ ਇਸ਼ਤਿਹਾਰ ਲਿਆ ਕੇ ਦੇ ਸਕਦੇ ਸੀ, ਅਤੇ ਉਹਦੇ 'ਤੇ ਇਸ਼ਤਿਹਾਰ ਦੇ ਵਿੱਚ ਤੁਹਾਨੂੰ ਪਰਸੈਂਟੇਜ ਮਿਲਦੀ ਸੀ, ਅਤੇ ਖਬਰ ਵੀ ਫਿਰ ਉਹੀ ਦੇਣਗੇ ਜਿਹੜਾ ਕਿ ਉਹਨਾਂ ਨੂੰ ਉਹ ਕਰਦਾ ਹੋਏਗਾ। ਇਸੇ ਕਰਕੇ ਪੇਂਡੂ ਭਾਰਤ ਮੰਤਰੀ ਹੋਇਆ। ਹਾਂਜੀ, ਤੁਸੀਂ ਪਾਣੀ ਦੀ ਗੱਲ ਕੀਤੀ, ਉਹ ਪਾਣੀ ਦਾ ਕਿੱਥੋਂ ਦੱਸਣਗੇ, ਕਿਉਂਕਿ ਉਹਨਾਂ ਦੀ ਤਾਂ ਦੋਸਤੀ ਹੀ ਉਹਨਾਂ ਨਾਲ ਸੀ ਜਿਹੜੇ ਇਹਨਾਂ ਨੂੰ ਚਲਾ ਸਕਦੇ ਸੀ। ਪਾਣੀ ਅੱਜ ਨਹੀਂ, ਪਾਣੀ ਦੀ ਗੱਲ ਮੈਂ ਇਸ ਲਈ ਕਰਨਾ ਚਾਹੁੰਦਾ ਸੀ ਕਿ ਅਸੀਂ ਹਰਿਆਣੇ 'ਚ ਵੀ ਬਹੁਤ ਨੁਕਸਾਨ ਹੋਇਆ, ਪੰਜਾਬ 'ਚ ਵੀ ਹੋਇਆ। ਅਸੀਂ ਇੱਕ ਤਾਂ ਝੋਨਾ ਬੀਜਦੇ ਹਾਂ ਜੀ, ਝੋਨੇ 'ਚ ਬਹੁਤ ਪਾਣੀ ਲੱਗਦਾ, ਅਤੇ ਜੇ ਸਾਨੂੰ ਇੱਕ ਵਰਡ ਹੈ ਜੀ 60 ਦਿਨਾਂ ਦੇ ਵਿੱਚ ਜੀਰੀ ਜਾਂ ਝੋਨੇ ਦਾ ਇੱਕ ਝਾੜ ਲੈ ਲੈਣਾ, ਫਿਰ ਦੁਬਾਰਾ ਬੀਜਣੀ, ਡਾਇਰੈਕਟ ਟਰਾਂਸਪਲਾਂਟ ਨਹੀਂ ਕਰਨਾ, ਉਹਦੇ 'ਚ ਅਸੀਂ ਕਿੰਨਾ ਕੁ ਪਾਣੀ ਦਾ ਲੈਵਲ ਲਵਾਂਗੇ। ਅਸੀਂ ਕਣਕ ਔਰ ਝੋਨੇ ਦੇ ਵਿਚਕਾਰ ਉਹੀ ਖੇਤ ਵਰਤਦੇ ਰਹੇ, ਉਹਨਾਂ ਖੇਤਾਂ ਨੂੰ ਕਦੇ ਉਪਜਾਊ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਜੰਤਰ ਨਹੀਂ ਬੀਜੇ, ਬਰਸੀਮ ਭੁੱਲ ਗਏ, ਚਰੀ ਟਾਂਡੀ ਭੁੱਲ ਗਏ, ਜਿਹੜੀ ਕਿ ਸਾਡੀ ਕੈਸ਼ ਕ੍ਰੌਪ ਸੀ। ਅਸੀਂ ਕੈਸ਼ ਕ੍ਰੌਪ ਨੂੰ ਭੁੱਲ ਕੇ ਸਿਰਫ ਔਰ ਸਿਰਫ ਝੋਨਾ ਔਰ ਕਣਕ ਵੱਲ ਤੁਰ ਪਏ, ਜਿਨ੍ਹਾਂ ਨੇ ਸਾਡਾ ਆਪਣਾ ਨੁਕਸਾਨ, ਸਾਡੇ ਪਾਣੀ ਦਾ ਨੁਕਸਾਨ, ਪਾਣੀ ਦਾ ਲੈਵਲ ਔਰ ਰੇਹ ਪਾ ਕੇ ਅਸੀਂ ਆਪਣੀਆਂ ਜ਼ਮੀਨਾਂ ਖਰਾਬ ਕਰ ਲਈਆਂ, ਪੋਇਜ਼ਨਸ ਕਰ ਲਈਆਂ। ਸਾਨੂੰ ਅੱਜ ਅਸੀਂ ਦੇਖਦੇ ਹਾਂ ਬਠਿੰਡਾ ਤੋਂ ਕੈਂਸਰ ਐਕਸਪ੍ਰੈਸ ਚੱਲਦੀ ਹੈ, ਸਾਰੀ ਦੁਨੀਆ ਉਹਨੂੰ ਕੈਂਸਰ ਐਕਸਪ੍ਰੈਸ ਕਹਿੰਦੀ ਹੈ। ਟ੍ਰੇਨ ਦਾ ਨਾਂ ਕੁਛ ਵੀ ਹੋਵੇ, ਅਤੇ ਬੀਕਾਨੇਰ ਦੇ ਵਿੱਚ ਉਹਨਾਂ ਨੂੰ ਕੈਂਸਰ ਹਸਪੀਟਲ ਬਣਾਉਣਾ ਪਿਆ, ਜਿੱਥੇ ਕਿ ਫਰੀਦਕੋਟ ਔਰ ਬਠਿੰਡਾ ਦੇ ਵੱਧ ਤੋਂ ਵੱਧ ਲੋਕ ਉੱਥੇ ਕੈਂਸਰ ਤੋਂ ਪੀੜਿਤ ਹੋ ਕੇ ਜਮ੍ਹਾਂ ਨੇ। ਬਹੁਤ ਇਹ ਬੜਾ ਦੁਖਦਾਈ ਹੈ ਇਹ ਸਾਡੇ ਲਈ, ਸਾਰੇ ਪੰਜਾਬ ਦੇ ਲਈ ਬੜਾ ਵੱਡਾ ਕ੍ਰਾਈਸਿਸ ਹੈ। ਇੱਕ ਛੋਟਾ ਜਿਹਾ ਵਕਫਾ ਹੋਰ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਇਹਨਾਂ ਦੀ ਰਿਪੋਰਟਿੰਗ ਦੇ ਵਿਚਾਲੇ ਸਵਾਲ ਇੰਟੀਰੀਅਰ ਤੱਕ ਚਲਾ ਗਿਆ। ਜਦੋਂ ਫਰੀਦਕੋਟ ਬਠਿੰਡਾ ਦਾ ਜ਼ਿਕਰ ਆ ਰਿਹਾ, ਅਤੇ ਜਦੋਂ ਕੈਂਸਰ ਟ੍ਰੇਨ ਦਾ ਜ਼ਿਕਰ ਆ ਰਿਹਾ, ਅਤੇ ਉਸ ਕੈਂਸਰ ਦੇ ਵਿਚਾਲੇ ਸਾਡੇ ਸਿਸਟਮ ਨੂੰ ਜੋ ਕੈਂਸਰ ਹੋਇਆ ਪਿਆ, ਤਾਂ ਉਹਦੇ 'ਤੇ ਸਵਾਲ ਖੜੇ ਕਰਨੇ ਪੈਣੇ ਆ। ਇਸ ਲਈ ਮੈਂ ਇਹਨਾਂ ਨੂੰ ਪੁੱਛ ਰਿਹਾ ਕਿ ਜਦੋਂ ਇਹਨਾਂ ਨੇ ਪੱਤਰਕਾਰਤਾ ਸ਼ੁਰੂ ਕੀਤੀ ਸੀ, ਅਤੇ ਅੱਜ ਦੇ ਇਸ ਦੌਰ ਵਿੱਚ ਆ ਕੇ 4 ਦਹਾਕੇ ਤੋਂ ਬਾਅਦ ਫ਼ਰਕ ਕਿੱਥੇ ਹੈ, ਅਤੇ ਫ਼ਰਕ ਕਿੰਨਾ ਹੈ, ਅਤੇ ਕਿਉਂ ਪੈ ਗਿਆ, ਇਹ ਸਵਾਲ ਇਸ ਲਈ ਪੁੱਛ ਰਹੇ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰਸਵਨਾਥ ਸਿੰਘ, ਮੈਂ ਬਹੁਤ ਸਿੱਧੇ ਸਵਾਲ ਕਰਨਾ ਚਾਹੁੰਦਾ ਤੁਹਾਨੂੰ। ਪ੍ਰਸਵਨਾਥ, ਅਸੀਂ ਆਖਰੀ ਹਿੱਸੇ ਵਿੱਚ ਹਾਂ। ਜਿਹੜਾ ਅੱਜ ਦਾ ਯੂਥ ਹੈ ਉਹਨਾਂ ਲਈ ਕੋਈ ਪੋਜ਼ਿਟਿਵਿਟੀ ਹੈ ਸਾਡੇ ਕੋਲੇ ਕਿ ਉਹ ਇਸ ਲਾਈਨ ਵਿੱਚ ਆਉਣ ਜਿੱਥੇ ਸਰਕਾਰਾਂ ਨੂੰ ਜਾਂ ਸਿਸਟਮ ਨੂੰ ਸਿੱਧਾ ਸਵਾਲ ਖੜੇ ਕਰ ਸਕਣ? ਮੈਂ ਨਹੀਂ ਚਾਹੁੰਦਾ ਸਾਰਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰਾ ਸਿਸਟਮ ਹੀ ਖਰਾਬ ਹੁੰਦਾ। ਸਿਸਟਮ ਵਿੱਚ ਕੁਝ ਇਹੋ ਜਿਹੇ ਪੁਆਇੰਟਰ ਹੁੰਦੇ ਜਿਨ੍ਹਾਂ ਨੂੰ ਸਾਨੂੰ ਸਵਾਲ ਕਰਨੇ ਚਾਹੀਦੇ ਆ, ਪਰ ਅਸੀਂ ਉੱਥੇ ਵੀ ਸਵਾਲ ਨਹੀਂ ਕਰ ਪਾ ਰਹੇ। ਅਸੀਂ ਕਹਿੰਦੇ ਹਾਂ ਵੀ ਹਰ ਅੰਧੇਰੇ ਦੇ ਐਂਡ ਤੇ ਨਾ ਇੱਕ ਲਾਈਟ ਜ਼ਰੂਰ ਹੁੰਦੀ ਹੈ। ਉਹ ਲਾਈਟ ਅੱਜ ਜੇ ਅਸੀਂ ਸੋਸ਼ਲ ਮੀਡੀਆ ਦਾ ਚੰਗਾ ਇਸਤੇਮਾਲ ਕਰ ਲਈਏ ਜਾਂ ਅੱਜ ਇੰਟਰਨੈਟ ਦੇ ਜ਼ਮਾਨੇ ਵਿੱਚ ਇੱਕ ਚੀਜ਼ ਤੇ ਪੱਕੀ ਹੋ ਗਈ ਕਿ ਜਿਹੜਾ ਪੈਸਾ ਪੱਤਰਕਾਰੀ ਦੇ ਵਿੱਚ ਨਹੀਂ ਸੀ, ਜੇ ਤੁਸੀਂ ਅੱਜ ਪੱਤਰਕਾਰਿਤਾ ਕਰੋਗੇ ਔਰ ਉਹਦੇ ਨਾਲ ਤੁਸੀਂ ਚਾਹੇ ਉਹ ਫੇਸਬੁੱਕ ਤੇ ਲਿਖ ਰਹੇ ਹੋ, ਤੁਹਾਨੂੰ ਵੀਡੀਓ ਬਣਾਉਣੀ ਆਉਂਦੀ ਹੈ, ਤੁਸੀਂ YouTube ਤੇ ਪਾ ਰਹੇ ਹੋ, ਹੋਰ ਤਾਂ ਹੋਰ ਅੱਜ ਕੱਲ੍ਹ ਇੱਕ ਰੀਲਸ ਚੱਲੀਆਂ ਜੀ, ਕਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਹੋਵੋ, ਦਿਨ 'ਚ 2 ਵੀਡੀਓ ਜਿਹੜੇ ਹੈ ਉਹ ਤੁਹਾਡੇ ਜੇ ਅਪਲੋਡ ਹੋ ਜਾਣ ਤਾਂ 1 ਮਹੀਨੇ ਦਾ 1 ਲੱਖ ਰੁਪਏ ਤੱਕ ਮਿਲ ਸਕਦਾ। ਮੈਂ ਇਹ ਕਹਿਣ ਲੱਗ ਗਿਆ ਵੀ ਇੰਟਰਨੈਟ ਨੇ ਪੈਸਾ ਵਾਪਸ ਲਿਆ ਤਾ। ਹੁਣ ਇਹਦੇ ਨਾਲ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੇ ਇਹ ਜਿਤਾਇਆ, ਜਿਹੜੇ ਯੰਗ ਮਾਈਂਡਸ ਨੇ, ਕਿ ਅਸੀਂ ਸਰਕਾਰ ਨੂੰ ਹਰ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹਾਂ। ਯੰਗਸਟਰ ਜਿਨ੍ਹਾਂ ਨੇ ਬਹੁਤ ਇੰਪ੍ਰੈਸ ਕੀਤਾ ਉਹ ਵੀ ਜਿਹੜੇ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਹੈ, ਸਹੀ ਇਸਤੇਮਾਲ ਹੈ, ਲੇਕਿਨ ਉਹਦੇ ਨਾਲ ਸਾਨੂੰ ਕਦੇ ਇਹ ਦਿੱਕਤ ਹੋ ਜਾਂਦੀ ਹੈ ਕਿ ਅਸੀਂ ਖਬਰਾਂ ਦੇਖਦੇ ਹੀ ਸਾਨੂੰ ਫਾਰਵਰਡ ਕਰਨ ਦੀ ਆਦਤ ਹੈ, ਉੱਥੇ ਨੁਕਸਾਨ ਹੁੰਦਾ ਹੈ। ਜਿਹੜਾ ਬੇਨ ਹੈ ਉਹ ਵੀ ਇੱਥੇ ਹੀ ਹੈ ਕਿ ਜਿਹੜਾ ਗਲਤ ਅਨਸਰ ਹੈ ਜਾਂ ਬੰਦੇ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਨੂੰ ਚਲਾਉਣ ਲੱਗ ਗਏ ਉਹ ਆਪਣੇ ਤਰੀਕੇ ਨਾਲ ਚਲਾਉਂਦੇ ਆ। ਉਹਨਾਂ ਨੇ ਜਿਹੜੇ ਅੱਗੇ ਟੀਮਸ ਬਣਾਈਆਂ ਉਹ ਤੁਹਾਨੂੰ ਆਪਣੇ ਰਸਤੇ ਤੇ ਲਿਜਾ ਰਹੇ। ਲੇਕਿਨ ਮੈਂ ਹਜੇ ਕਹਾਂਗਾ ਕਿ ਇਸ ਵੇਲੇ ਜਿਹੜੇ ਸੋਸ਼ਲ ਮੀਡੀਆ ਨੇ ਸਾਨੂੰ ਐਵਨਿਊਜ਼ ਦਿੱਤੇ ਹੈ, ਉਹ ਐਵਨਿਊਜ਼ ਇੱਕ ਵਾਰੀ ਫੇਰ ਵੱਡਾ ਮੌਕਾ ਹੈ ਕਿ ਅਸੀਂ ਉਹਦਾ ਫਾਇਦਾ ਉਠਾਈਏ। ਹਰ ਬੰਦਾ ਚਾਹੇ ਉਹ ਕਿਹੜੀ ਜਮਾਤ ਦੇ ਵਿੱਚ ਪੜ੍ਹਦਾ ਹੈ, ਕਿਹੜੀ ਉਮਰ ਦੇ ਵਿੱਚ ਹੈ, ਉਹਨੂੰ ਹੱਕ ਹੈ ਸਰਕਾਰ ਨੂੰ ਕੁਐਸਚਨ ਕਰ ਸਕੇ। ਲੇਕਿਨ ਇੱਕ ਚੀਜ਼ ਹੈ, ਸਬਸਟੈਂਸ਼ੀਏਟ ਕਰਨ ਲਈ ਮਟੀਰੀਅਲ ਜ਼ਰੂਰ ਚਾਹੀਦਾ। ਜੇ ਉਹ ਅੱਜ ਦਾ ਪੱਤਰਕਾਰ ਇਹ ਸਮਝ ਜਾਏ ਔਰ ਬ੍ਰੇਨ ਨਾਲ ਰਿਪੋਰਟਿੰਗ ਕਰੇ ਵੀ ਕੱਲ੍ਹ ਨੂੰ ਮੈਨੂੰ ਪੁੱਛਿਆ ਜਾ ਸਕਦਾ, ਆਈ ਕੈਨ ਅਕਾਊਂਟ ਫਾਰ, ਉਹ ਜੇ ਤੁਹਾਨੂੰ ਇੱਕ ਚੀਜ਼ ਸਾਹਮਣੇ ਆ ਜਾਏ, ਜ਼ਿੰਮੇਦਾਰੀ ਆ ਜਾਏ, ਤਾਂ ਮੈਂ ਕਹਿੰਦਾ ਅੱਜ ਤੋਂ ਵੱਡਾ ਮੌਕਾ ਕੋਈ ਨਹੀਂ। YouTube ਨੇ ਬਹੁਤ ਸਾਰੇ ਬੰਦਿਆਂ ਨੂੰ ਜਿਹੜੇ ਹੈ ਇੱਕ ਆਮਦਨ ਦਾ ਸਾਧਨ ਦਿੱਤਾ ਹੈ। ਮੈਂ ਇਹ ਕਹਾਂਗਾ ਪੰਜਾਬੀ ਔਰ ਦੂਸਰਾ ਗੁਜਰਾਤੀ, ਤੀਸਰਾ ਮਲਿਆਲਮ ਲੈਂਗੁਏਜ, ਇਹਨਾਂ ਦੇ ਵਿੱਚ ਜਿਹੜੇ ਰੀਜਨਲ ਵਰਨੈਕੂਲਰ ਪੱਤਰਕਾਰੀ ਕਰ ਰਹੇ ਨੇ, ਪੰਜਾਬੀ ਇਸ ਵੇਲੇ ਸਭ ਤੋਂ ਅੱਗੇ, ਸਭ ਤੋਂ ਮੋਢੀ ਨੇ ਔਰ ਇਹਨਾਂ ਨੇ ਚੰਗੀ ਰਿਪੋਰਟਿੰਗ ਵੀ ਕੀਤੀ ਹੈ, ਜਿਨ੍ਹਾਂ ਨੂੰ ਦੇਖਿਆ ਜਾਂਦਾ, ਸੁਣਿਆ ਜਾਂਦਾ। ਔਰ ਉਹਨਾਂ ਨੂੰ ਅੱਜ ਇੱਕ ਚੀਜ਼ ਤਾਂ ਹੋ ਗਈ ਕਿ ਰਿਸਟ੍ਰਿਕਸ਼ਨ ਨਹੀਂ ਹੈ। ਜਿਹੜਾ ਬੰਦਾ ਪਟਿਆਲੇ 'ਚ ਬੈਠ ਕੇ ਜਾਂ ਫਰੀਦਕੋਟ 'ਚ ਬੈਠ ਕੇ ਜਾਂ ਅੰਮ੍ਰਿਤਸਰ ਦੇ ਨੇੜੇ ਜੰਡਿਆਲਾ ਤੋਂ ਬੈਠ ਕੇ ਖਬਰ ਨੂੰ ਪੂਰੇ ਵਰਲਡ ਤੱਕ ਤੁਸੀਂ ਪਹੁੰਚਾ ਸਕਦੇ ਹੋ। ਇਹ ਹੈ ਬਹੁਤ ਵੱਡਾ ਬੂਨ। ਮੀਨਸ ਤੁਸੀਂ ਕਿਤੇ ਵੀ ਇਸ ਵੇਲੇ ਜੇ ਤੁਸੀਂ ਚੰਗੀ ਗੱਲ ਕਰ ਰਹੇ ਹੋ, ਜੇ ਤੁਹਾਡੀ ਗੱਲ ਦੇ ਵਿੱਚ ਜਾਇਜ਼ ਕੁਝ ਚੀਜ਼ਾਂ ਜਾਇਜ਼ ਨੇ ਤੇ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ, ਲੋਕੀ ਰਿਐਕਟ ਕਰਦੇ ਨੇ। ਜਿੰਨੀ ਇਸ ਵੇਲੇ ਤੁਹਾਡੀ ਅਸੀਂ ਕਹਿੰਦੇ ਆ ਟ੍ਰੈਫਿਕ ਵੱਧ ਜਾਏ, ਉਹਨੇ ਤੁਹਾਨੂੰ ਫੇਸਬੁੱਕ ਵੀ ਪੈਸੇ ਦਿੰਦਾ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਇੰਸਟਾਗ੍ਰਾਮ ਤੇ ਵੀ ਸ਼ੁਰੂ ਹੋ ਗਏ, ਹਾਲਾਂਕਿ ਟਵਿੱਟਰ ਵਰਗੇ ਔਰ ਇਹਨਾਂ ਮੈਟਾ ਬਿਜ਼ਨਸ ਜਿਹੜਾ ਸੀ ਇਹ ਲੋਕਾਂ ਨੂੰ ਕੱਢਣ 'ਚ ਲੱਗੇ, ਕਿਉਂਕਿ ਵਰਲਡ ਵਾਈਡ ਜਿਹੜਾ ਇਸ ਵੇਲੇ ਰਿਸੈਸ਼ਨ ਆ ਚੁੱਕਾ ਹੈ। ਅਸੀਂ ਉਹਨੂੰ ਹਜੇ ਡਿਨਾਈ ਕਰ ਰਹੇ ਹਾਂ, ਲੇਕਿਨ ਇਹ ਹੈ ਕਿ ਇਸ ਰਿਸੈਸ਼ਨ ਤੋਂ ਇੰਡੀਆ ਵੀ ਬਚ ਨਹੀਂ ਸਕਦਾ। ਐਗਜ਼ਾਮਪਲ ਬਹੁਤ ਕਲੀਅਰ ਹੈ। ਕੋਵਿਡ ਵੇਲੇ 2 ਵੱਡੇ ਅਦਾਰਿਆਂ ਨੇ ਸਭ ਤੋਂ ਜ਼ਿਆਦਾ ਬੰਦਿਆਂ ਨੂੰ ਸੈਕ ਕੀਤਾ। ਸੈਕ ਕਰਨ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਸੀ, ਸਾਨੂੰ ਡੇਲੀ ਦਾ ਆਪਣੇ ਪ੍ਰੋਫਿਟ ਤੇ 829 ਕਰੋੜ ਨੁਕਸਾਨ ਹੋ ਰਿਹਾ ਹੈ। ਦੇਖੋ ਡੇਲੀ ਦਾ ਨੁਕਸਾਨ ਨਹੀਂ ਹੋ ਰਿਹਾ, ਆਪਣੇ ਪ੍ਰੋਫਿਟ ਤੇ ਇੱਕ ਨੇ ਕਿਹਾ 829 ਕਰੋੜ, ਦੂਸਰੇ ਨੇ ਕਿਹਾ ਜੀ ਮੈਨੂੰ 324 ਕਰੋੜ ਦਾ
ਆਪਣੇ ਪ੍ਰੋਫਿਟ ਤੇ ਨੁਕਸਾਨ ਹੋ ਰਿਹਾ। ਇਹ ਬੜਾ ਸਿੱਧਾ ਸੀ ਕਿ ਇਹ ਉਸ ਵੇਲੇ ਤਾਂ ਕੋਵਿਡ ਦਾ ਫੇਜ਼ ਸੀ, ਲੇਕਿਨ ਇਹ ਫੇਜ਼ ਵਾਪਸ ਆਉਣ ਵਾਲਾ ਹੈ ਜਿਸ ਵੇਲੇ ਉਹ ਕਹਿਣਗੇ ਕਿ ਸਾਡੇ ਪ੍ਰੋਫਿਟਸ ਜਿਹੜੇ ਨੇ ਉਹ ਘਟ ਗਏ ਨੇ, ਇਸ ਲਈ ਲੋਕਾਂ ਨੂੰ ਸਾਨੂੰ ਬਰਖਾਸਤ ਕਰਨਾ ਪਏਗਾ। ਮੈਂ ਕਹਾਂਗਾ ਨਵੀਆਂ ਓਪਰਚੁਨਿਟੀਜ਼ ਵੀ ਇਹ ਨੇ, ਔਰ ਜਿਹੜਾ ਜਰਨਲਿਸਟ ਆਫ ਸਬਸਟੈਂਸ ਹੈ ਉਹਦੇ ਲਈ ਹਜੇ ਵੀ ਓਪਰਚੁਨਿਟੀਜ਼ ਹੈਗੀਆਂ। ਸਾਨੂੰ ਸਿਰਫ ਇੱਕ ਕੰਮ ਕਰਨਾ, ਕਿਸੇ ਤਰ੍ਹਾਂ ਜਿਹੜੀ ਝੂਠੀਆਂ ਖਬਰਾਂ ਨੇ, ਫੇਕ ਨਿਊਜ਼ ਹੈ, ਇਹਨਾਂ ਦੇ ਚੱਲਣ ਨੂੰ ਅਸੀਂ ਹੋਰ ਬੈਟਰ ਤਰੀਕੇ ਨਾਲ ਆਈਡੈਂਟੀਫਾਈ ਕਰ ਲਈਏ ਤਾਂ ਮੈਂ ਕਹਾਂਗਾ ਪੱਤਰਕਾਰੀ ਅੱਜ ਵੀ ਜਿਉਂਦਾ, ਪੱਤਰਕਾਰੀ 'ਚ ਅੱਜ ਵੀ ਤੁਹਾਡੇ ਕੋਲ ਫਿਊਚਰ ਹੈ, ਪੱਤਰਕਾਰੀ 'ਚ ਅੱਜ ਵੀ ਚੰਗੇ ਬੰਦੇ ਕੰਮ ਕਰਨ ਲਈ ਬੈਠੇ ਨੇ। ਤੁਸੀਂ ਆਪਣੇ ਕਰੀਅਰ ਤੋਂ ਸੰਤੁਸ਼ਟ ਹੋ? ਜਿਸ ਦਿਨ ਅਸੀਂ ਸੰਤੁਸ਼ਟ ਹੋ ਗਏ ਉਸ ਦਿਨ ਅਸੀਂ ਰੁਕ ਜਾਂਦੇ ਹਾਂ। ਹਜੇ ਮੈਂ ਕਹਾਂਗਾ ਵੀ ਮੰਜ਼ਿਲੇ ਔਰ ਵੀ ਹੈ ਜਿਨ੍ਹਾਂ ਨੂੰ ਅਸੀਂ ਹਜੇ ਦੇਖਿਆ ਨਹੀਂ, ਤੇ ਮੈਂ ਤਾਂ ਹਜੇ ਵੀ ਕਹਾਂਗਾ ਵੀ ਇੱਕ ਪੱਥਰ ਹਜੇ ਵੀ ਅਸਮਾਨ 'ਚ ਸੁੱਟਣ ਨੂੰ ਜੀ ਕਰਦਾ। ਪਤਾ ਨਹੀਂ ਕੁਝ ਚੀਜ਼ਾਂ ਜਿਹੜੀਆਂ ਰਹਿ ਗਈਆਂ ਉਹ ਹਜੇ ਕਰਨੀਆਂ ਚਾਹਾਂਗੇ। ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਕਿ ਜਿਗਿਆਸਾ ਨਹੀਂ ਬੰਦ ਹੋਣੀ ਚਾਹੀਦੀ, ਕੁਝ ਸਿੱਖਣ ਨੂੰ, ਕੁਝ ਨਵਾਂ ਜਾਣਨ ਨੂੰ। ਤੁਹਾਡੇ ਕੋਲ ਬੈਠ ਕੇ, ਕੁਝ ਹੋਰ ਸਟੂਡੈਂਟਸ ਕੋਲ ਬੈਠ ਕੇ, ਆਪਣੇ ਯੰਗਸਟਰ ਕੋਲ ਬੈਠ ਕੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਇਹ ਸਾਡੇ ਲਈ ਵੀ ਲਰਨਿੰਗ ਹੈ, ਅਸੀਂ ਅੱਜ ਵੀ ਸਿੱਖ ਰਹੇ ਹਾਂ। ਔਰ ਜੇ ਅਸੀਂ ਕਹਿ ਦਈਏ ਸੈਟਿਸਫਾਈ ਹੋ ਗਏ ਫਿਰ ਤਾਂ ਅਸੀਂ ਜੀਵਨ ਛੱਡਣ ਨੂੰ ਤਿਆਰ ਹੋ ਗਏ। ਵੈਸੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਨਹੀਂ ਕਹਿਣਾ ਚਾਹੀਦਾ ਸੈਟਿਸਫਾਈ ਹੋ ਗਏ, ਪਰ ਮੈਂ ਉਸ ਯੂਥ ਲਈ ਪੁੱਛ ਰਿਹਾ ਸੀਗਾ ਜਿਹੜੇ ਪ੍ਰੈਸ ਅਵਿਨਾਸ਼ ਨੂੰ ਫੋਲੋ ਕਰਦੇ ਆ ਕਿ ਪੱਤਰਕਾਰਤਾ ਵਿੱਚ ਉਹਨਾਂ ਨੂੰ ਆ ਜਾਣਾ ਚਾਹੀਦਾ ਕਿ ਨਹੀਂ। ਬਿਲਕੁਲ ਆਉਣਾ ਚਾਹੀਦਾ ਹੈ, ਔਰ ਇੱਕ ਚੀਜ਼, ਇੱਕ ਟੀਚਾ ਰੱਖ ਕੇ ਕਿ ਅਸੀਂ ਇੰਡੀਪੈਂਡੈਂਟ ਪੱਤਰਕਾਰੀ ਕਰਨੀ ਹੈ ਔਰ ਉਹਦਾ ਫਿਊਚਰ ਵੀ ਹੈ। ਪ੍ਰੈਸ ਅਵਿਨਾਸ਼, ਕੋਈ ਇਹੋ ਜਿਹਾ ਸੁਨੇਹਾ ਜਾਂ ਕੋਈ ਇਹੋ ਜਿਹਾ ਤੁਹਾਡਾ ਕੋਈ ਕਿੱਸਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ? ਵੈਸੇ ਬਹੁਤ ਘੱਟ ਮਹਿਮਾਨਾਂ ਨੂੰ ਅਸੀਂ ਇਹ ਮੌਕਾ ਦਿੰਦੇ ਹਾਂ, ਪਰ ਮੈਨੂੰ ਲੱਗਦਾ ਕਿ ਤੁਸੀਂ ਜਿਹੜੇ ਮੌਕੇ ਆਪ ਬਣਾਏ ਆ ਤੁਹਾਨੂੰ ਇਹ ਮੌਕਾ ਵੀ ਦੇਣਾ ਚਾਹੀਦਾ। ਮੈਂ ਬਹੁਤ ਕਲੀਅਰ ਹਾਂ ਜੀ ਕਿ ਕੁਝ ਬੱਚੇ, ਮੈਂ ਇੱਕ ਬੱਚੀ ਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਸਟੂਡੈਂਟ ਸੀ, ਉਹ ਇੰਡੀਅਨ ਆਈਡਲ ਦੇ ਲਾਸਟ 13 ਵਿੱਚ ਪਹੁੰਚ ਗਈ। ਉਹਨੂੰ ਕਿਸੇ ਨੇ ਕਿਹਾ ਵੀ ਇੱਕ ਛੋਟੀ ਜਿਹੀ ਫੇਵਰ ਤੇ ਮੈਂ ਤੈਨੂੰ ਲਾਸਟ 8 ਵਿੱਚ ਲੈ ਆਵਾਂਗਾ। ਉਹਨੇ ਕਿਹਾ ਜੀ ਜਿੰਨੀ ਮੈਂ ਮੈਰਿਟ ਤੇ ਕਰ ਸਕਦੀ ਹਾਂ ਮੈਂ ਓਨਾ ਕਰ ਲਿਆ, ਮੈਨੂੰ ਜਿੰਨਾ ਸਟੇਜ ਮਿਲਿਆ ਜੇ ਮੇਰੇ 'ਚ ਦਮ ਹੋਏਗਾ ਮੈਂ ਵਾਪਸ ਫੇਰ ਆਵਾਂਗੀ, ਲੇਕਿਨ ਮੈਨੂੰ ਹੁਣ ਇਸ ਵੇਲੇ ਕੋਈ ਫੇਵਰ ਦੇ ਕੇ ਅੱਗੇ ਜਾਣ ਦੀ ਜ਼ਰੂਰਤ ਨਹੀਂ। ਹੁਣ ਇਹ ਡਾਇਰੈਕਟ ਪੱਤਰਕਾਰੀ ਨਹੀਂ, ਪਰ ਮੈਂ ਇਹ ਕਹਾਂਗਾ ਕਿ ਪਰਫਾਰਮਿੰਗ ਆਰਟਸ, ਦੂਸਰੇ ਆਰਟਸ ਜਿਹੜੇ ਨੇ ਉਹ ਵੀ ਮਾਸ ਮੀਡੀਆ ਦੇ ਹਿੱਸੇ ਨੇ, ਕਿਉਂਕਿ ਤੁਸੀਂ ਬਹੁਤ ਸਾਰੇ ਲੋਕਾਂ ਤੱਕ ਇੱਕ ਟਾਈਮ ਤੇ ਪਹੁੰਚਦੇ ਹੋ। ਉਸ ਬੱਚੀ ਨੂੰ ਮੈਂ ਅੱਜ ਵੀ ਇਸ ਲਈ ਨਮਸਕਾਰ ਕਰਦਾ ਕਿ ਉਹ ਅੱਜ ਵੀ ਆਪਣਾ ਜਾਰੀ ਹੈ। ਉਹਨੇ 3 ਫਿਲਮਾਂ ਦੇ ਵਿੱਚ ਕੰਮ ਕੀਤਾ, ਅਮਿਤਾਭ ਬੱਚਨ ਔਰ 2 ਹੋਰ ਵੱਡੇ, ਈਵਨ ਅਕਸ਼ੇ ਕੁਮਾਰ ਨਾਲ। ਉਹਨਾਂ ਦੇ ਸ਼ੀ ਹੈਜ਼ ਬੀਨ ਇਨਟੂ ਪ੍ਰੋਡਕਸ਼ਨ, ਲੇਕਿਨ ਅੱਜ ਵੀ ਆਪਣੇ ਲਈ ਗਾਉਂਦੀ ਹੈ, ਆਪਣੀ ਬੱਚੀ ਲਈ ਗਾ ਰਹੀ ਹੈ। ਅਵਿਨਾਸ਼, ਤੁਹਾਡੇ ਨਾਲ ਗੱਲਾਂ ਖਤਮ ਕਰਨ ਨੂੰ ਮੇਰਾ ਮਨ ਨਹੀਂ ਕਰ ਰਿਹਾ। ਤੁਹਾਡੇ ਕੋਲੇ ਬਹੁਤ ਚੀਜ਼ਾਂ ਜਿਹੜੇ ਬੜਾ ਤਜਰਬਾ ਜਿਹੜਾ ਦੱਸਣ ਨੂੰ ਹੈਗਾ। ਕੋਈ ਇਹੋ ਜਿਹਾ ਕਿ ਇਨਸੀਡੈਂਟ ਆਖਿਰ ਦੇ ਵਿੱਚ ਸਾਨੂੰ ਦੱਸ ਦਿਓ ਜਿਹਦੇ ਨਾਲ ਸਾਨੂੰ ਇਹ ਸਮਝ ਆ ਸਕੇ ਕਿ ਪ੍ਰੈਸ ਅਵਿਨਾਸ਼ ਨੇ ਆਪਣੇ ਕਰੀਅਰ ਦੇ ਵਿੱਚ ਕੀ ਖੱਟਿਆ। ਜਿਹੜੇ ਵਨ ਲਾਈਨਰ ਹੁੰਦੇ ਹੈ ਬਈ, ਅਸੀਂ ਇਹ ਕਹਾਂਗੇ ਵੀ ਜਿੰਨਾ ਕੁਝ ਮਿਲਿਆ ਉਹਦੀ ਐਕਸਪੈਕਟੇਸ਼ਨ ਨਹੀਂ ਸੀ, ਲੇਕਿਨ ਇਹ ਹੈ ਬਈ ਐਕਸਪੈਕਟੇਸ਼ਨ ਤੇ ਅਸੀਂ ਆਪਣੀ ਐਕਸਪੈਕਟੇਸ਼ਨ ਤੇ ਵੀ ਕਦੇ ਉਤਰ ਨਹੀਂ ਸਕਦੇ। ਮੈਂ ਕਹਾਂਗਾ ਇੱਕੋ ਹੈ, ਦੇਰ ਇਜ਼ ਨੋ ਸ਼ਾਰਟਕਟ ਟੂ ਸਕਸੈਸ। ਤੁਹਾਨੂੰ ਮਿਹਨਤ ਕਰਨੀ ਹੈ, ਕਰਦੇ ਰਹਿਣਾ ਹੈ, ਔਰ ਉਹਦੇ ਨਾਲ ਨਾਲ ਤੁਹਾਨੂੰ ਜੋ ਮਿਲੇਗਾ ਉਸ ਤੋਂ ਅੱਗੇ ਵੀ ਮੰਜ਼ਿਲਾਂ। ਜੇ ਇੱਕ ਤੁਸੀਂ ਮਾਊਂਟੇਨ, ਇੱਕ ਤੁਸੀਂ ਪਹਾੜ ਨੂੰ ਫਤਿਹ ਕਰ ਲਿਆ, ਉਸ ਤੋਂ ਅੱਗੇ ਪਹਾੜ ਹੋਰ ਕਈ ਉੱਚੇ ਨੇ। ਉਹਨਾਂ ਦੇ ਲਈ ਅਗਲੇ ਟੀਚੇ, ਇੱਕ ਟੀਚਾ ਅਚੀਵ ਕਰ ਲਓ, ਉਸ ਤੋਂ ਅਗਲਾ ਤੁਹਾਨੂੰ ਸੈੱਟ ਕਰਨ ਦੀ ਜ਼ਰੂਰਤ ਹੈ, ਔਰ ਇਹ ਚੱਲਦਾ ਰਹੇਗਾ। ਚਲੋ, ਬਹੁਤ ਧੰਨਵਾਦ ਸਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਵੀ ਚਾਹੁੰਦਾ ਸੀ ਇੰਟਰਵਿਊ ਚੱਲਦਾ ਰਹੇ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਧੰਨਵਾਦ ਤੁਹਾਡਾ। ਮੈਂ ਵੀ ਇਹੀ ਚਾਹੁੰਦਾ ਸੀ ਜੀ। ਚਲੋ, ਤੁਸੀਂ ਵਕਤ ਕੱਢਿਆ। ਇਹ ਸਨ ਪ੍ਰੋਫੈਸਰ ਅਵਿਨਾਸ਼ ਸਿੰਘ,
ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ, ਜਿਨ੍ਹਾਂ ਨੇ ਆਪਣੇ ਕੈਮਰੇ ਤੇ ਲੈਂਸ ਜ਼ਰੀਏ ਜੋ ਕੁਝ ਦੇਖਿਆ ਉਹ ਸਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਵਕਤ ਉਹਨਾਂ ਨਹੀਂ ਹੈ ਜਿਹੜਾ ਅਸੀਂ ਸਭ ਕੁਝ ਸੁਣ ਸਕੀਏ। ਪਰ ਜਿਹੜੇ ਉਸ ਵੇਲੇ ਦੀ ਪੱਤਰਕਾਰਤਾ ਤੇ ਅੱਜ ਦੇ ਪੱਤਰਕਾਰਤਾ ਦੇ ਦੌਰ ਦੇ ਵਿੱਚ ਜਿਹੜਾ ਕ੍ਰਾਈਸਿਸ ਹੈਗਾ, ਉਸ ਦੇ ਨਾਲ ਜਿਹੜੇ ਬਾਕੀ ਸਾਡੇ ਸਿਸਟਮ ਵਿੱਚ ਕ੍ਰਾਈਸਿਸ ਆ ਰਹੇ ਆ, ਉਸ ਦੇ ਬਾਰੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ ਕੀ ਹੈ। ਪਰ ਜੇ ਅਸੀਂ ਪੋਜ਼ਿਟਿਵਿਟੀ ਛੱਡਦੇ ਹਾਂ ਤਾਂ ਫਿਰ ਸ਼ਾਇਦ ਅਸੀਂ ਨਿਰਾਸ਼ਾ ਦੇ ਆਲਮ ਵੱਲ ਜਾਵਾਂਗੇ। ਆਸ਼ਾਵਾਦੀ ਰਹਿਣਾ ਹੋਵੇਗਾ ਤੇ ਮੰਜ਼ਿਲਾਂ ਪ੍ਰਸਵ ਨਾਸਤੀ ਨੇ ਕਿਹਾ ਹੋਰ ਵੀ ਹੈ ਤੇ ਹੋਰ ਸ਼ਖਸੀਅਤਾਂ ਨਾਲ ਵੀ ਹੋਰ ਮੁਲਾਕਾਤ ਹੋਵੇਗੀ। ਅੱਜ ਲਈ ਧੰਨਵਾਦ।